हाँ जी प्यारे बच्चों, वाहिगुरू जी का खालसा वाहिगुरू जी की फतेह बेटे। तो ਰੋਜ਼ਾਨਾ ਦੀ ਤਰ੍ਹਾਂ ਸਾਰੇ ਆਪਾਂ ਅੱਜ ਕੈਂਪ ਵਿੱਚ ਸ਼ਾਮਲ ਹੋਏ ਹਾਂ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਇਸ ਦੀ ਲੜੀ ਦੇ ਤਹਿਤ ਅੱਜ ਜਾਪ ਦੀ ਸੇਵਾ ਹੈ ਬੇਟੀ ਬਲਜਿੰਦਰ ਕੌਰ ਜੀ 18693 ਜੀ। ਹੱਥ ਖੜਾ ਕਰੋ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਬਲਜਿੰਦਰ ਕੌਰ ਜੀ ਧੰਨਵਾਦ ਬਹੁਤ ਬਹੁਤ ਜੀ। ਸੋ ਕੀਰਤਨ ਦੀ ਸੇਵਾ ਜੀ ਹੁਣ ਬੇਟੀ ਨਮਨਦੀਪ ਕੌਰ ਤੇ ਰਮਨਦੀਪ ਕੌਰ ਜੀ ਪੀਪੀ ਨੰਬਰ 15703 15704 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡ, ਤੁਧ ਬਿਨ ਰੋਗ ਰਜਾਈਆਂ ਦਾ ਓਡ। ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਸੂਲ ਸਰਾਹੀ ਖੰਜਲ ਪਿਆਲਾ, ਸੂਲ ਸਰਾਹੀ ਖੰਜਲ ਪਿਆਲਾ। ਬਿੰਗ ਕਿਸਾਈਆਂ ਦਾ ਸੈਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਯਾਲੜੇ ਦਾ ਸਾਨੂੰ ਸਫ਼ਰ ਚੰਗਾ, ਪੱਟ ਖੇੜਿਆਂ ਦਾ ਸੈਨਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਬਹੁਤ ਬਹੁਤ ਧੰਨਵਾਦ ਜੀ ਪੁੱਤਰ ਆਪ ਜੀ ਦਾ। ਅੱਜ ਆਪਣੇ ਕੋਲ ਡਾਕਟਰ ਸਰਬਜੀਤ ਸਿੰਘ ਜੀ ਲੁਧਿਆਣਾ ਤੋਂ ਪਹੁੰਚੇ ਹਨ ਬੇਟੇ। ਉਹ ਆਪਣੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਜੇਕਰ ਵੀਰ ਜੀ ਪਹੁੰਚ ਗਏ ਹਨ ਜੀ, ਹਾਜ਼ਰ ਹੋ ਗਏ ਹਨ ਗਰੁੱਪ ਵਿੱਚ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਵੀਰ ਜੀ, ਕਿਰਪਾ ਕਰਕੇ ਆਪ ਜੀ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਦੀ ਰਮਤਾ ਕਰੋ। ਧੰਨਵਾਦ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਵਾਰੀ ਫੇਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਬਹੁਤ ਹੀ ਪਿਆਰੀਆਂ ਵਿਚਾਰਾਂ, ਬਹੁਤ ਹੀ ਪਿਆਰੀਆਂ ਖਬਰਾਂ ਤੁਹਾਡੇ ਬਾਰੇ ਮਿਲਦੀਆਂ ਨੇ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਬੱਚਿਆਂ ਨੇ ਇਹ ਕੀਤਾ, ਇਹ ਕਰ ਰਹੇ ਨੇ। ਸੋ ਆਪ ਸਾਰਿਆਂ ਨੂੰ, ਸਾਰੇ ਸੇਵਾਦਾਰਾਂ ਨੂੰ, ਯੂਥ ਕਾਉਂਸਲਰਸ, ਵਾਈਸੀਜ਼ ਨੂੰ ਤੇ ਮੁਖੀ ਸੱਜਣ, ਸਾਰੇ ਵੱਡੇ ਸੇਵਾਦਾਰ ਜਿਹੜੇ ਸਾਰਾ ਕੁਝ ਸੋਚ ਰਹੇ ਨੇ, ਕਰ ਰਹੇ ਨੇ, ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਸਤਿਗੁਰੂ ਜੀ ਬਖਸ਼ਿਸ਼ ਕਰਨ
ਇਸੇ ਤਰੀਕੇ ਨਾਲ ਸੇਵਾਵਾਂ ਲੈਂਦੇ ਰਹਿਣ। ਮੈਂ ਅੱਜ ਯਾਦ ਕਰ ਰਿਹਾ ਸੀ 2010 ਦੇ ਵਿੱਚ ਵੀਰ ਜੀ ਜਸਵਿੰਦਰ ਸਿੰਘ ਜੀ ਦੇ ਨਾਲ ਅਸੀਂ ਮੈਨਚੈਸਟਰ ਤੋਂ ਸ਼ਾਇਦ ਬਰਮਿੰਗਮ ਜਾ ਰਹੇ ਸੀ ਤੇ ਰਸਤੇ ਵਿੱਚ ਵਿਚਾਰ ਕਰਦਿਆਂ ਇਹ ਨਾਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਐਜੂਕੇਟ ਪੰਜਾਬ ਪ੍ਰੋਜੈਕਟ EPP। ਤੇ ਅੱਜ ਕਿੰਨੇ ਹੀ ਬੱਚੇ ਇਸ ਪ੍ਰੋਜੈਕਟ ਦੇ ਵਿੱਚ ਲਾਹਾ ਲੈ ਰਹੇ ਨੇ। ਸਤਿਗੁਰੂ ਹੋਰ ਬੁਲੰਦੀਆਂ ਬਖਸ਼ਿਸ਼ ਕਰਨ ਜੀ। ਮੈਨੂੰ ਹੁਕਮ ਹੋਇਆ ਸੀ ਕਿ ਸਵਾਲ ਜਵਾਬ ਸੈਸ਼ਨ ਹੋਏਗਾ, ਸੋ ਜਿਹੜੇ ਜਿਹੜੇ ਤੁਹਾਡੇ ਸਵਾਲ ਨੇ ਮੈਂ ਬੇਨਤੀ ਕਰਾਂਗਾ ਤੁਸੀਂ ਪੁੱਛੀ ਚੱਲੋ ਤੇ ਸਤਿਗੁਰੂ ਜੀ ਜਿੰਨੀ ਮਤ ਉਹ ਜਵਾਬ ਦੇਣਗੇ, ਸਾਨੂੰ ਜਵਾਬ ਚਰਚਾ ਕਰਾਂਗੇ ਆਪਾਂ ਰਲ ਕੇ। ਹਾਂਜੀ, ਪਹਿਲਾ ਸਵਾਲ ਕੀ ਹੈ ਜੀ? ਲਓ ਜੀ, ਬਹੁਤ ਵਧੀਆ ਜੀ, ਪਾਵਰ ਪੁਆਇੰਟ ਤੇ ਆ ਗਿਆ ਜੀ। ਸਾਰੇ ਦੇਖ ਪਾ ਰਹੇ ਜੀ? ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਅਸੀਂ ਦੁੱਖ ਨੂੰ ਖੁਸ਼ੀ ਖੁਸ਼ੀ ਕਿਵੇਂ ਬਤੀਤ ਕਰ ਸਕਦੇ ਹਾਂ? BSc ਦੀ ਬੇਟੀ ਪ੍ਰਭਪ੍ਰੀਤ ਕੌਰ ਦਾ ਇਹ ਸਵਾਲ ਜੀ। ਪਹਿਲੀ ਗੱਲ ਤੇ ਮੈਂ ਇਸ ਬੇਟੀ ਨੂੰ ਨਮਸਕਾਰ ਕਰਾਂਗਾ, ਬਹੁਤ ਹੀ ਵਧੀਆ ਸਵਾਲ ਹੈ ਜੀ। ਅਸੀਂ ਦੁੱਖ ਨੂੰ ਖੁਸ਼ੀ ਖੁਸ਼ੀ ਕਿਵੇਂ ਬਤੀਤ ਕਰ ਸਕਦੇ ਹਾਂ? ਪਹਿਲੀ ਗੱਲ ਤੇ ਬੇਟਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗਾ ਕਿ ਚਾਹੇ ਆਪਣੀ ਕਾਪੀਆਂ 'ਚ ਲਿਖ ਲਓ, ਚਾਹੇ ਆਪਣੇ ਮਨਾਂ ਤੇ ਚੰਗੀ ਤਰ੍ਹਾਂ ਲਿਖ ਲਓ ਕਿ ਦੁੱਖ ਸਾਡੇ ਸਾਰਿਆਂ ਤੇ ਆਣੇ ਹੀ ਆਣੇ ਹਨ। ਕੋਈ ਮਨੁੱਖ ਐਸਾ ਨਹੀਂ ਜਿਹਦੇ ਤੇ ਦੁੱਖ ਨਾ ਆਉਂਦੇ ਹੋਣ, ਜਾਂ ਉਹ ਕਵੇ ਵੀ ਮੈਂ ਕੁਝ ਇਸ ਤਰ੍ਹਾਂ ਕਰਾਂ ਕਿ ਦੁੱਖ ਨਾ ਆਵੇ। ਕਿਉਂਕਿ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਨੇ, ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਅਸੀਂ ਇਹ ਕੱਪੜੇ ਪਾਉਂਦੇ ਆ ਨਾ, ਦਸਤਾਰ ਅੱਜ ਇਸ ਰੰਗ ਦੀ ਹੈ, ਕੱਲ ਕਿਸੇ ਹੋਰ ਰੰਗ ਦੀ ਸੀ, ਕੱਲ ਕਿਸੇ ਹੋਰ ਰੰਗ ਦੀ ਹੋ ਜਾਏਗੀ। ਅੱਜ ਵਾਈਟ ਹੈ ਸ਼ਰਟ, ਕੱਲ ਨੂੰ ਕੋਈ ਹੋਰ ਰੰਗ ਦੀ ਹੋ ਜਾਏਗੀ। ਜਿਵੇਂ ਅਲੱਗ-ਅਲੱਗ ਕੱਪੜੇ ਪਾਉਂਦੇ ਆ, ਐਵੇਂ ਹੀ ਜੀਵਨ ਵਿੱਚ ਦੁੱਖ ਤੇ ਸੁੱਖ ਆਣੇ ਹੀ ਆਣੇ। ਤੁਸੀਂ ਕਹੋਗੇ ਅੰਕਲ ਫਿਰ ਪਾਠ ਕਰਨ ਦਾ ਕੀ ਫਾਇਦਾ ਹੋਇਆ? ਪਾਠ ਕਰਨ ਦਾ ਫਾਇਦਾ ਹੈ ਕਿ ਸਾਨੂੰ ਦੁੱਖ ਵਿੱਚ ਦੁੱਖ ਲੱਗੇਗਾ ਨਹੀਂ। ਅੱਜ ਨੌਵੇਂ ਪਾਤਸ਼ਾਹ ਦਾ 400 ਸਾਲਾ ਪੁਰਬ ਹੈ ਨਾ, ਉਹ ਕਹਿੰਦੇ ਨੇ ਦੁੱਖ ਮੈਂ ਦੁੱਖ ਨਹੀਂ ਮੰਨੈ। ਦੁੱਖ ਤਾਂ ਆਇਆ ਹੋਏਗਾ ਪਰ ਤੁਸੀਂ ਮੰਨੋਗੇ ਨਹੀਂ ਕਿ ਮੈਂ ਦੁਖੀ ਹਾਂ। ਭਾਵ ਤੁਹਾਨੂੰ ਦੁੱਖ ਓਨਾ ਦੁਖੀ ਨਹੀਂ ਕਰ ਸਕੇਗਾ ਜਿੰਨਾ ਉਹ ਆਮ ਮਨੁੱਖ ਨੂੰ ਕਰਦਾ ਹੈ। ਮੈਂ ਬਹੁਤ ਵਾਰੀ ਗੱਲ ਸੁਣਾਉਂਦਾ ਹੁੰਦਾ, ਆਕਸਫੋਰਡ ਤੋਂ ਇੱਕ ਸਰਦਾਰ ਸਾਹਿਬ ਨੇ ਮੈਨੂੰ ਕਹੀ ਸੀ, ਕਹਿੰਦੇ ਜੀ ਦੁੱਖ ਤਾਂ ਮੰਨੇ ਦਾ ਹੁੰਦਾ ਹੈ। ਲਿਖ ਲਓ ਜੀ ਸਾਰੇ ਜਣੇ ਕਾਪੀਆਂ ਦੇ ਵਿੱਚ, ਵੱਡਾ ਵੱਡਾ ਲਿਖ ਲਓ, ਵੱਡਾ ਵੱਡਾ ਲਿਖ ਕੇ ਨਾ ਉੱਤੇ ਬਾਕਸ ਵੀ ਬਣਾ ਦਿਓ। ਦੁੱਖ ਤਾਂ ਮੰਨੇ ਦਾ ਹੁੰਦਾ ਹੈ। ਮੈਨੂੰ ਇਹ ਗੱਲ ਉਹਨਾਂ ਨੇ 2014 ਵਿੱਚ ਕਹੀ ਸੀ, 2015 ਵਿੱਚ, ਹਾਂ 2015 ਵਿੱਚ ਅਸੀਂ ਇੰਗਲੈਂਡ ਗਏ ਸੀ, ਉੱਥੇ ਉਹਨਾਂ ਨੇ ਇਹ ਗੱਲ ਕਹੀ ਸੀ। ਮੈਂ ਸੱਚੀ ਦੱਸਾਂ ਅੱਜ 6 ਸਾਲ ਹੋ ਗਏ ਨੇ, ਮੈਨੂੰ ਇਸ ਲਾਈਨ ਦੇ ਅਰਥ ਨਵੇਂ-ਨਵੇਂ ਸਮਝ ਆ ਰਹੇ ਨੇ। ਦੁੱਖ ਤਾਂ ਮੰਨੇ ਦਾ ਹੁੰਦਾ ਹੈ, ਤੇ ਜਿੱਥੇ ਤੱਕ ਮੈਂ ਪਹੁੰਚਿਆ ਨਾ, ਉਹਦਾ ਮਤਲਬ ਮੈਂ ਇਹ ਸੋਚਦਾ ਕਿ ਦੁੱਖ ਨੂੰ ਜ਼ਿਆਦਾ ਮੰਨੋਗੇ ਜ਼ਿਆਦਾ ਹੋਏਗਾ, ਘੱਟ ਮੰਨੋਗੇ ਘੱਟ ਹੋਏਗਾ, ਨਹੀਂ ਮੰਨੋਗੇ ਨਹੀਂ ਹੋਏਗਾ। ਸੋ ਬੇਟਾ ਜੀ, ਤੁਹਾਡੇ ਸਵਾਲ ਦਾ ਜਵਾਬ, ਦੁੱਖ ਨੂੰ ਅਸੀਂ ਖੁਸ਼ੀ ਖੁਸ਼ੀ ਕਿਵੇਂ ਬਤੀਤ ਕਰ ਸਕਦੇ ਹਾਂ? ਜਦੋਂ ਵੀ ਦੁੱਖ ਆਏ, ਪਹਿਲੀ ਗੱਲ ਇਹ ਸਮਝ ਲਓ, ਆਪਣੇ ਮਨ ਨੂੰ ਸਮਝਾ ਦਿਓ ਕਿ ਸਾਰਿਆਂ ਤੇ ਆਂਦਾ, ਫਿਰ ਕੀ ਹੋਇਆ ਮੇਰੇ ਤੇ ਆ ਗਿਆ, ਮੇਰੀ ਵਾਰੀ ਵੀ ਤੇ ਆਣੀ ਸੀ ਨਾ, ਹੁਣ ਆ ਗਈ ਹੈ ਮੇਰੀ ਵਾਰੀ। ਜੇ ਇੰਨੇ ਲੋਕ ਇਸ ਦੁੱਖ ਦੇ ਵਿੱਚੋਂ ਠੀਕ ਠਾਕ ਨਿਕਲ ਗਏ ਨੇ ਤੇ ਮੈਂ ਵੀ ਨਿਕਲਾਂਗੀ। ਔਰ ਦੁੱਖ ਨੂੰ ਸਾਨੂੰ ਬਾਣੀ ਵਿੱਚ ਹੁਕਮ ਹੈ ਕਿ ਦੁੱਖ ਨੂੰ ਔਖੇ ਹੋ ਕੇ ਨਾ ਸਮਝੋ, ਸਗੋਂ ਦੁੱਖ ਨੂੰ ਵੀ ਦਾਤ ਕਹੋ। ਵਾਹ ਜੀ ਵਾਹ, ਇਹ ਵੀ ਲਾਈਨ ਕਾਪੀ 'ਚ ਲਿਖ ਲਓ ਜੀ, ਦੁੱਖ ਇਜ਼ ਇਕੁਅਲ ਟੂ ਦਾਤ। ਦੁੱਖ ਵੀ ਦਾਤ ਹੈ, ਦੁੱਖ ਵੀ ਬਲੈਸਿੰਗ ਹੈ, ਦੁੱਖ ਵੀ ਕਿਰਪਾ ਹੈ। ਤੁਸੀਂ ਕਹੋਗੇ ਲਓ ਅੰਕਲ ਇਹ ਕਿਵੇਂ ਹੋ ਗਿਆ ਜੀ, ਦੁੱਖ ਕਿਵੇਂ ਕਿਰਪਾ ਹੈ ਜੀ? ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਕੇਤਿਆ ਦੁੱਖ ਭੂਖ ਸਦ ਮਾਰ, ਆਹਾ ਇਹ ਬੇ ਦਾਤ ਤੇਰੀ ਦਾਤਾ। ਹਾਂ, ਇੱਕ ਨਹੀਂ ਦੋ ਨਹੀਂ, ਕਿੰਨੇ ਹੀ ਦੁੱਖ ਆ ਜਾਣ,
ਕਿੰਨੀਆਂ ਹੀ ਭੁੱਖਾਂ ਆ ਜਾਣ, ਕਿੰਨੇ ਭੈੜੇ ਤੋਂ ਭੈੜੀ ਮਾਰ, ਨੁਕਸਾਨ, ਬਾਰ-ਬਾਰ ਨੁਕਸਾਨ ਹੋਈ ਜਾਵੇ, ਸਦ ਮਾਰ, ਸਦਾ ਹੀ ਮਾਰ ਪੈਂਦੀ ਰਹੇ, ਸਦਾ ਹੀ ਨੁਕਸਾਨ ਹੁੰਦਾ ਰਹੇ। ਅੱਛਾ ਕਹਿੰਦੇ ਨੇ ਤੇਰੀ ਅਵਸਥਾ ਐਸੀ ਹੋਵੇ, ਤੂੰ ਕਵੇਂ ਇਹ ਵੇ ਦਾਤ ਤੇਰੀ ਦਾਤਾ। ਵਾਹਿਗੁਰੂ ਜੀ ਇਹ ਵੀ ਤੁਹਾਡੀ ਦਾਤ ਹੈ। ਜਿਹੜਾ ਦੁੱਖ ਨੂੰ ਦਾਤ ਕਹੇਗਾ ਉਹ ਦੁੱਖ ਵਿੱਚ ਦੁਖੀ ਨਹੀਂ ਹੋਏਗਾ, ਉਹ ਦੁੱਖ ਨੂੰ ਵੀ ਖੁਸ਼ੀ ਖੁਸ਼ੀ ਸਹਾਰ ਲਏਗਾ। ਅਸਲ ਵਿੱਚ ਸਾਨੂੰ ਨਾ ਸ਼ੁਰੂ ਤੋਂ ਹੀ ਇੱਕ ਇਹੋ ਜਿਹੀ ਸਾਡੀ ਐਜੂਕੇਸ਼ਨ ਹੋਈ ਹੈ ਵੀ ਅਸੀਂ ਦੁੱਖਾਂ ਤੋਂ ਡਰਦੇ ਹਾਂ, ਤੇ ਜਿਹੜੀ ਚੀਜ਼ ਤੋਂ ਡਰ ਲੱਗੇ ਨਾ ਉਹ ਜ਼ਿਆਦਾ ਆਉਂਦੀ ਜੇ। ਦੁੱਖਾਂ ਤੋਂ ਡਰਿਆ ਨਾ ਕਰੀਏ, ਦੁੱਖਾਂ ਲਈ ਤਿਆਰ ਰਿਹਾ ਕਰੀਏ, ਫਿਰ ਦੁੱਖਾਂ ਦਾ ਦੁੱਖ ਘੱਟ ਹੋਏਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਨੌਵੇਂ ਪਾਤਸ਼ਾਹ ਅੱਜ 400 ਸਾਲਾ ਪੁਰਬ ਤੇ ਬਹੁਤ ਵੱਡੀ ਪਹਿਲਾ ਸਵਾਲ ਹੀ ਤੁਹਾਡਾ ਅੱਜ ਦੇ ਦਿਨ ਦੇ ਨਾਲ ਹੀ ਰਿਲੇਟਡ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ। ਸੋ ਜਦੋਂ ਦੁੱਖ ਆਏ, ਹਾਂ ਇੱਕ ਗੱਲ ਹੋਰ ਲਿਖ ਲਓ ਜੀ, ਜਦੋਂ ਦੁੱਖ ਆਏ ਨਾ ਇਹ ਸਮਝ ਲਓ ਕਿ ਮੇਰਾ ਕੁਝ ਭਲਾ ਹੋਣ ਵਾਲਾ ਹੈ, ਇਹ ਮੇਰਾ ਫਾਇਦਾ ਕਰਕੇ ਜਾਏਗਾ। ਬੜਾ ਇੰਪੋਰਟੈਂਟ ਪੁਆਇੰਟ ਜੀ ਬੇਟਾ, ਜਦੋਂ ਵੀ ਦੁੱਖ ਆਏ ਸੋਚੋ ਮੇਰਾ ਇਹ ਭਲਾ ਕਰੇਗਾ। ਹੁਣ ਤੁਸੀਂ ਕਹੋਗੇ ਅੰਕਲ ਦੁੱਖ ਕਿਵੇਂ ਭਲਾ ਕਰਦਾ? ਪਹਿਲੀ ਗੱਲ, ਦੁੱਖ ਸਾਨੂੰ ਤਿਆਰ ਕਰਦਾ ਹੈ, ਸਾਨੂੰ ਮਜ਼ਬੂਤ ਬਣਾਉਂਦਾ ਹੈ। ਮੈਂ ਕਹਿਣਾ ਸ਼ੁਰੂ ਕੀਤਾ ਹੈ, ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਨੇ, ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ। ਇੱਕ ਸਰਵੇ ਹੋਇਆ ਸੀ, ਕਹਿੰਦੇ ਜਿਸ ਬੰਦੇ ਤੇ ਜ਼ਿਆਦਾ ਮੁਸ਼ਕਿਲਾਂ ਆਈਆਂ ਨਾ ਲਾਈਫ ਵਿੱਚ, ਉਹ ਜ਼ਿਆਦਾ ਉੱਪਰ ਪਹੁੰਚਿਆ, ਜ਼ਿਆਦਾ ਸਫਲ ਹੋਇਆ। ਇਹਦਾ ਮਤਲਬ ਜੇ ਅਸੀਂ ਬਹੁਤ ਵੱਡੇ ਬਣਨਾ ਹੈ ਤੇ ਸਾਨੂੰ ਦੁੱਖਾਂ ਦੀ ਵਿੱਚੋਂ ਨਿਕਲਣਾ ਹੀ ਪਏਗਾ। ਆਹਾ, ਕਿਸੇ ਕੋਲ ਪੈਸੇ ਦਾ ਦੁੱਖ ਹੋਏਗਾ, ਕਿਸੇ ਕੋਲ ਸਿਹਤ ਦਾ ਦੁੱਖ ਹੋਏਗਾ, ਕਿਸੇ ਕੋਲ ਨਸ਼ੇ ਦਾ ਦੁੱਖ ਹੋਏਗਾ, ਕਿਸੇ ਕੋਲ ਕਿਸੇ ਹੋਰ ਗੱਲ ਦਾ ਦੁੱਖ ਹੋਏਗਾ। ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਪਾਤਸ਼ਾਹ ਦੁੱਖ ਪਾਉਂਦਾ ਹੈ। ਤੇ ਦੁੱਖ ਨੂੰ ਨਾ ਟੈਸਟ ਸਮਝਿਆ ਕਰੀਏ ਕਿ ਜਿਵੇਂ ਇੱਕ ਟੈਸਟ ਦਿੰਦੇ ਆ, ਅਗਲੀ ਕਲਾਸ ਪਹੁੰਚਦੇ ਆ ਨਾ ਤੇ ਵਾਹਿਗੁਰੂ ਜੀ ਛੋਟੇ ਛੋਟੇ ਕਲਾਸ ਟੈਸਟ ਲੈਂਦੇ ਰਹਿੰਦੇ ਨੇ। ਦੁੱਖ ਨਾ ਡੇਲੀ ਦੇ, ਵੀਕਲੀ ਦੇ ਕਲਾਸ ਟੈਸਟ ਨੇ। ਦੁਨਿਆਵੀ ਟੈਸਟ ਤੇ ਦੱਸ ਕੇ ਆਉਂਦੇ ਨੇ ਵੀ ਕੱਲ ਇਸ ਚੀਜ਼ ਦਾ ਟੈਸਟ ਹੋਏਗਾ ਇੰਨੇ ਸਿਲੇਬਸ ਵਿੱਚ, ਪਰ ਲਾਈਫ ਜਿਹੜਾ ਟੈਸਟ ਲੈਂਦੀ ਹੈ ਨਾ ਉਹ ਬਿਨਾਂ ਦੱਸੇ ਲੈਂਦੀ। ਪਤਾ ਨਹੀਂ ਅਗਲੇ ਪਲ ਮੇਰੇ ਨਾਲ ਕੀ ਹੋ ਜਾਣਾ, ਕਿਸੇ ਨਾਲ ਕੀ ਹੋ ਜਾਣਾ, ਸਾਨੂੰ ਕਿਸੇ ਨੂੰ ਨਹੀਂ ਪਤਾ। ਲੇਕਿਨ ਅਸੀਂ ਜੇ ਸਕੂਲ ਦੇ ਟੈਸਟਾਂ ਦੇ ਵਿੱਚ ਅਸੀਂ ਡਰਨਾ ਛੱਡ ਦਾਂਗੇ ਨਾ, ਅਭਿਆਸ ਕਰ ਲਾਂਗੇ, ਫਿਰ ਜ਼ਿੰਦਗੀ ਦੇ ਟੈਸਟਾਂ ਤੋਂ ਵੀ ਨਹੀਂ ਦੁਖੀ ਹੋ। ਦੁੱਖ ਨੂੰ ਸਮਝੋ ਮੇਰਾ ਐਗਜ਼ਾਮ ਹੋ ਰਿਹਾ, ਹਾਂ ਅਰਦਾਸ ਕਰੀਏ ਵਾਹਿਗੁਰੂ ਜੀ ਐਗਜ਼ਾਮ ਵੀ ਤੁਸੀਂ ਪਾਇਆ, ਪਾਸ ਵੀ ਤੁਸੀਂ ਕਰਨਾ ਹੈ। ਤੇ ਮੈਂ ਬੇਟਾ ਕਈ ਵਾਰੀ ਕਹਿਣਾ ਕਿ ਵਾਹਿਗੁਰੂ ਜੀ ਨੂੰ ਨਾ ਹਮੇਸ਼ਾ ਹੀ ਦੂਰ ਨਹੀਂ ਸਮਝਣਾ ਚਾਹੀਦਾ, ਉਹਨਾਂ ਨੂੰ ਨੇੜੇ ਸਮਝਣਾ ਚਾਹੀਦਾ ਹੈ ਤੇ ਉਹਨਾਂ ਨਾਲ ਫਰੈਂਡਸ਼ਿਪ ਕਰ ਲੈਣੀ ਚਾਹੀਦੀ। ਜਿਵੇਂ ਕਿਸੇ ਨੇ ਕਹਿਣਾ ਨਾ ਮੇਰਾ ਫਰੈਂਡ ਹੈ, ਤੂੰ ਮੇਰਾ ਆੜੀ ਹੈ, ਵਾਹਿਗੁਰੂ ਜੀ ਨੇ ਕਿਆ ਕਰੋ, ਵਾਹਿਗੁਰੂ ਜੀ ਤੁਸੀਂ ਮੇਰੇ ਮਿੱਤਰ ਹੋ, ਵਾਹਿਗੁਰੂ ਜੀ ਤੁਸੀਂ ਮੇਰੀ ਸਹੇਲੀ ਹੋ। ਹਾਂ, ਵਾਹਿਗੁਰੂ ਜੀ ਜੈਂਡਰ ਨਿਊਟਰਲ ਨੇ, ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਉਹ ਮੇਲ ਨੇ ਕਿ ਫੀਮੇਲ ਨੇ, ਉਹ ਮਾਤਾ ਵੀ ਨੇ ਤੇ ਪਿਤਾ ਵੀ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅੱਛਾ, ਉਹਨਾਂ ਨੂੰ ਕਿਆ ਕਰੀਏ ਕਿ ਆੜੀ, ਫਰੈਂਡ, ਸਹੇਲੀ, ਹੁਣ ਤੂੰ ਮੇਰੇ ਤੇ ਦੁੱਖ ਪਾਇਆ ਹੈ ਨਾ, ਹੁਣ ਤੂੰ ਵੀ ਮੇਰੀ ਮਦਦ ਕਰਨੀ ਹੈ। ਜਦੋਂ ਤੁਸੀਂ ਉਹਦੇ ਨਾਲ ਪਿਆਰ ਕਰੋਗੇ ਨਾ ਬੇਟਾ, ਇਹ ਬਹੁਤ ਪਿਆਰੀ ਬੜੀ ਜ਼ਰੂਰੀ ਗੱਲ ਜੇ। ਸਾਡਾ ਅੱਜ ਸਾਰਾ ਸਮਾਜ ਨੇਮ ਨਿਭਾ ਰਿਹਾ ਹੈ, ਬੜੀ ਖੁਸ਼ੀ ਦੀ ਗੱਲ। ਪਿਛਲੇ ਸਮੇਂ ਦੇ ਪ੍ਰਚਾਰ ਦਾ ਬੜਾ ਵਧੀਆ ਅਸਰ ਹੋਇਆ ਕਿ ਅਸੀਂ ਸਾਰੇ ਨੇਮ ਨਿਭਾ ਰਹੇ ਹਾਂ। ਤੇ ਮੈਂ ਹੁਣ ਕਹਿਣਾ ਸ਼ੁਰੂ ਕੀਤਾ ਹੈ, ਨੇਮ ਦੇ ਨਾਲ ਹੁਣ ਅਗਲੀ ਪੌੜੀ ਚੜ ਜਾਈਏ। ਕਿਹੜੀ ਪੌੜੀ? ਪ੍ਰੇਮ ਦੀ। ਬਸ ਨੰਨੇ ਦੀ ਜਗ੍ਹਾ ਹੁਣ ਪੱਪਾ ਲਗਾਣਾ ਹੈ। ਪਿਆਰ ਕਰਨਾ ਹੈ ਵਾਹਿਗੁਰੂ ਜੀ, ਸ਼ਬਦ ਨੂੰ ਪਿਆਰ ਕਰਨਾ ਹੈ। ਸ਼ਬਦ ਧਰੋ ਪਿਆਰੋ, ਹੈ ਨਾ। ਜਿਵੇਂ ਅਸੀਂ ਆਪਣੇ ਮੰਮਾ ਪਾਪਾ ਨੂੰ ਪਿਆਰ ਕਰਦੇ ਹਾਂ, ਆਪਣੇ ਦੋਸਤਾਂ ਨੂੰ ਪਿਆਰ ਕਰਦੇ ਹਾਂ, ਆਪਣੇ ਘਰ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਾਂ, ਹੈ ਨਾ, ਬੜਾ ਧਿਆਨ ਰੱਖਦੇ ਹਾਂ, ਮੇਰਾ ਸੂਟ, ਮੇਰੇ ਕੱਪੜੇ, ਮੇਰੀ ਘੜੀ, ਮੇਰਾ ਮੋਬਾਈਲ, ਮੇਰੀ ਮੰਮਾ, ਮੇਰੀ ਭੈਣ, ਹੈ ਨਾ। ਉਵੇਂ ਹੀ ਅਸੀਂ ਵਾਹਿਗੁਰੂ ਨੂੰ ਪਿਆਰ ਕਰਨਾ ਸ਼ੁਰੂ ਕਰ।
ਪਿਆਰ ਦਾ ਮਤਲਬ ਅਸੀਂ ਉਹਨੂੰ ਯਾਦ ਕਰੀਏ। ਜਦੋਂ ਅਸੀਂ ਉਹਨੂੰ ਪਿਆਰ ਕਰਾਂਗੇ ਉਹ ਸਾਡਾ ਫਰੈਂਡ ਬਣ ਜਾਏਗਾ। ਜਦੋਂ ਫਰੈਂਡ ਬਣ ਜਾਏਗਾ ਫਿਰ ਤੁਸੀਂ ਦੇਖਣਾ ਉਹ ਸਾਨੂੰ ਦੁੱਖ ਦੇ ਵਿੱਚ ਵੀ ਨਾ ਹੌਸਲਾ ਦੇ ਦੇਗਾ। ਇੱਕ ਸਾਡੇ ਵੀਰ ਤੇ ਨਾ ਬਹੁਤ ਵੱਡੀ ਮੁਸ਼ਕਿਲ ਆਈ। ਉਹਨਾਂ ਦੇ ਜੋ ਨੌਜਵਾਨ ਬੇਟੇ ਦੀ ਡੈਥ ਹੋ ਗਈ 20 ਸਾਲ ਦੇ। ਤੇ ਮੈਂ ਦੇਖਿਆ ਵੀ ਨਾ ਉਹ ਡੋਲੇ, ਨਾ ਉਸ ਮੁੰਡੇ ਦੀ ਮਦਰ, ਉਹ ਵੀਰ ਜੀ ਦੀ ਵਾਈਫ, ਦੋਨੋਂ ਹੀ ਡੋਲੇ। ਬੜੇ ਆਰਾਮ ਨਾਲ ਉਹਨਾਂ ਨੇ ਇੰਨਾ ਵੱਡਾ ਭਾਣਾ, ਇੰਨੀ ਵੱਡੀ ਭੀੜ ਬੜੇ ਆਰਾਮ ਨਾਲ ਸਹਿ ਲਈ। ਤੇ ਮੈਂ ਇੱਕ ਦਿਨ ਉਹਨੂੰ ਪੁੱਛਿਆ ਕਈ ਸਾਲਾਂ ਬਾਅਦ, ਮੈਂ ਕਿਹਾ ਵੀਰ ਜੀ ਤੁਸੀਂ ਇੰਨਾ ਭਾਣਾ ਕਿਵੇਂ ਮੰਨ ਲਿਆ? ਕਹਿੰਦੇ ਵੀਰ ਜੀ ਪਤਾ ਨਹੀਂ, ਵਾਹਿਗੁਰੂ ਨੇ ਮਨਾ ਦਿੱਤਾ ਹੈ। ਤੇ ਉਹ ਚਾਹਵੇ ਤੇ ਛੋਟੀ ਜੀ ਗੱਲ ਤੋਂ ਹੀ ਡੁਲਾ ਸਕਦਾ ਹੈ, ਉਹ ਚਾਹਵੇ ਤੇ ਵੱਡੀ ਸਾਰੀ ਮੁਸ਼ਕਿਲ, ਵੱਡੇ ਸਾਰੇ ਦੁੱਖ ਦੇ ਵਿੱਚ ਵੀ ਸਾਨੂੰ ਖੁਸ਼ ਰੱਖ ਸਕਦਾ। ਸੋ ਮੇਨ ਗੱਲਾਂ, ਦੁੱਖ ਨੂੰ ਦੁਸ਼ਮਣ ਨਾ ਸਮਝੋ। ਜਦੋਂ ਦੁੱਖ ਆਏ ਸੋਚੋ ਸਾਡਾ ਕੋਈ ਵਿਕਾਸ ਹੋਣਾ ਹੈ। ਦੁੱਖ ਆਏ ਤੇ ਸ਼ੁਕਰਾਨਾ ਕਰੀਏ। ਹਾਂ, ਅੱਜ ਕੱਲ ਉਹ ਲਿਖਿਆ ਸਲੋਗਨ ਮਿਲਦਾ ਹੈ, ਉਹ ਲਿਖਦੇ ਨੇ, ਕਹਿੰਦੇ ਜੀ ਸੁੱਖ ਵਿੱਚ ਸ਼ੁਕਰਾਨਾ, ਦੁੱਖ ਵਿੱਚ ਅਰਦਾਸ। ਮੈਂ ਕਹਿੰਦਾ ਸੁੱਖ ਵਿੱਚ ਵੀ ਸ਼ੁਕਰਾਨਾ, ਦੁੱਖ ਵਿੱਚ ਵੀ ਸ਼ੁਕਰਾਨਾ, ਹਰ ਵੇਲੇ ਸ਼ੁਕਰਾਨਾ। ਹਰ ਗੱਲ ਤੇ ਸ਼ੁਕਰ 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 ਕਰਾਂਗੇ, ਫਿਰ ਵਾਹਿਗੁਰੂ ਜੀ ਸਾਨੂੰ ਦੁੱਖਾਂ ਦੇ ਵਿੱਚ ਵੀ ਹੱਥ ਦੇ ਕੇ ਸਾਨੂੰ ਰੱਖ ਲੈਣ। ਠੀਕ ਹੈ ਬੇਟਾ ਜੀ? ਹਾਂਜੀ, ਹੋਰ ਜੀ? ਐਸੇ ਇੱਥੇ ਬਹੁਤ ਜ਼ਿਆਦਾ ਗੱਲਾਂ ਹੋ ਸਕਦੀਆਂ ਨੇ, ਹੈ ਨਾ? ਠੀਕ ਹੈ ਬੇਟੀ ਪ੍ਰਭਪ੍ਰੀਤ ਕੌਰ, ਜਿਨ੍ਹਾਂ ਦਾ ਸਵਾਲ ਸੀ, ਹੋ ਸਕਦਾ ਹੈ ਜੇ ਉਹਨਾਂ ਨੇ ਫਿਰ ਵੀ ਕੋਈ ਉਹਨਾਂ ਦੇ ਮਨ ਵਿੱਚ ਹੋਏ। ਪਰ ਮੈਂ ਇਹ ਚਾਹਾਂਗਾ, ਜਿਵੇਂ ਅੱਜ ਤੁਸੀਂ ਸਵਾਲ ਜਵਾਬ ਕਰ ਰਹੇ ਹੋ ਨਾ, ਜੇ ਸੰਗਤ ਵਿੱਚੋਂ ਵੀ ਕੋਈ ਕਵੇ ਜੀ ਤੁਹਾਡੇ ਵਿੱਚੋਂ ਵੀ ਇੱਕ ਲਾਈਨ ਹੈ ਵੀ ਮੈਂ ਕਹਿਣਾ ਚਾਹਨਾ, ਮੈਂ ਇਹ ਵੀ ਕਹਿਣਾ ਚਾਹਨਾ, ਉਹ ਵੀ ਕਹਿਣੀ ਚਾਹੀਦੀ ਹੈ। ਅੱਛਾ, ਇਹ ਸਵਾਲ ਜਵਾਬ ਦਾ ਮਤਲਬ ਇਹ ਨਹੀਂ ਹੈ ਬੇਟਾ ਕਿ ਮੈਂ ਤੁਹਾਡੇ ਸਾਰੇ ਸ਼ੰਕੇ ਦੂਰ ਕਰ ਦਾਂਗਾ। ਕਦੇ ਵੀ ਕੋਈ ਵੀ ਸਾਰਿਆਂ ਦੇ ਸਾਰੇ ਸ਼ੰਕੇ ਦੂਰ ਨਹੀਂ ਕਰ ਸਕਦਾ। ਇਹ ਅਸਲ ਵਿੱਚ ਇਹ ਸਾਡੀ ਸ਼ੁਰੂਆਤ ਹੈ। ਸਾਨੂੰ ਥੋੜੀ ਥੋੜੀਆਂ ਤੰਦਾਂ ਮਿਲਣਗੀਆਂ। ਇੰਗਲਿਸ਼ ਵਿੱਚ ਅਸੀਂ ਸ਼ਬਦ ਕਹਿੰਦੇ ਹਾਂ QUE, ਹਿੰਟ ਮਿਲਦਾ। ਤੇ ਅਸਲ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਅੰਦਰੋਂ ਹੀ ਮਿਲਣਗੇ। ਸੋ ਪ੍ਰਭਪ੍ਰੀਤ ਕੌਰ ਬੇਟੀ ਦਾ ਬਹੁਤ ਧੰਨਵਾਦ, ਬਹੁਤ ਪਿਆਰਾ ਸਵਾਲ। ਅੱਛਾ, ਸਵਾਲ ਤੋਂ ਵੀ ਪਤਾ ਲੱਗ ਜਾਂਦਾ ਤੁਸੀਂ ਕਿਹੜੀ ਸਟੇਜ ਤੇ ਹੋ, ਹੈ ਨਾ? ਤੁਸੀਂ ਕਿੰਨਾ ਕੁ ਵਿਕਾਸ ਕਰ ਰਹੇ ਹੋ, ਤੁਸੀਂ ਸਪਿਰਿਚੁਅਲ ਅਧਿਆਤਮਕ ਕਲਾਸ ਦੇ ਵਿੱਚ ਕਿੱਥੇ ਪਹੁੰਚੇ। ਹਾਂਜੀ, ਅਗਲਾ ਸਵਾਲ ਜੀ ਆ ਰਿਹਾ ਸੀ ਹੁਣੇ ਸਕਰੀਨ ਤੇ, ਚਲਾ ਗਿਆ। ਹਾਂਜੀ, ਦੂਸਰਾ ਸਵਾਲ, ਗੁਰਬਾਣੀ ਪੜ੍ਹਦਿਆਂ ਧਿਆਨ ਭਟਕੇ ਤੇ ਕੀ ਕਰੀਏ? ਵਾਹ ਜੀ ਵਾਹ, ਸੁਖਮਨਪ੍ਰੀਤ ਕੌਰ 10ਵੀਂ ਕਲਾਸ। ਇਹ ਵੀ ਬਈ ਬੜੇ ਕਮਾਲ ਦੇ ਬੱਚੇ ਹੋ ਤੁਸੀਂ, ਬੜੇ ਵਧੀਆ ਸਵਾਲ ਨੇ ਤੁਹਾਡੇ। ਗੁਰਬਾਣੀ ਪੜ੍ਹਦਿਆਂ ਧਿਆਨ ਭਟਕੇ ਤਾਂ ਕੀ ਕਰੀਏ? ਭਾਈ ਸੁਖਮਨਪ੍ਰੀਤ ਕੌਰ ਜੀ, ਮੇਰਾ ਵੀ ਭਟਕਦਾ ਹੈ, ਮੈਂ ਤੁਹਾਨੂੰ ਕੀ ਜਵਾਬ ਦਿਆਂ, ਹੈ ਨਾ? ਪਰ ਹਾਂ ਇੱਕ ਗੱਲ ਹੈ, ਪਹਿਲਾਂ ਜ਼ਿਆਦਾ ਭਟਕਦਾ ਸੀ, ਹੁਣ ਘਟ ਗਿਆ ਹੈ ਨਾ? ਕੀ ਕਰੀਏ? ਅਸੀਂ ਇੱਕ ਗੱਲ ਬਣਾਈ ਹੋਈ ਹੈ, ਤੁਹਾਨੂੰ ਇੱਥੇ ਜ਼ਰੂਰ ਜਸਪ੍ਰੀਤ ਦੀਦੀ ਨੇ ਕਰਾਈ ਹੋਏਗੀ, ਜਾਂ ਤੁਹਾਡੇ ਲਿਟਰੇਚਰ 'ਚ ਵੀ ਕਿਤੇ ਨਾ ਕਿਤੇ ਛਪੀ ਹੋਏਗੀ, ਗੁਰਬਾਣੀ ਪੜ੍ਹਨ ਦੇ 5 ਢੰਗ। ਕੀਤੇ ਹੋਏ ਜੀ ਕਿਸੇ ਨੇ? ਕੋਈ ਦੱਸ ਦਿਓ ਚੈਟ ਦੇ ਵਿੱਚ, ਯੈਸ ਜਾਂ ਨੋ। ਕਿੰਨਿਆਂ ਨੇ ਯੈਸ ਕੀਤੇ ਹੋਏ ਨੇ ਜੀ? ਗੁਰਬਾਣੀ ਪੜ੍ਹਨ ਦੇ 5 ਢੰਗ। ਯੈਸ, ਹਾਂ ਕੀਤੇ ਹੋਏ ਨੇ ਜੀ, 2 3 4 ਬੱਚਿਆਂ ਨੇ ਕੀਤੇ ਹੋਏ, ਜ਼ਿਆਦਾ ਨਹੀਂ ਕੀਤੇ। ਵੈਰੀ ਗੁੱਡ। ਚਲੋ ਫਟਾਫਟ ਮੈਂ ਦੱਸ ਦਿੰਦਾ ਜੀ। ਗੁਰਬਾਣੀ ਪੜ੍ਹਨ ਦਾ ਪਹਿਲਾ ਢੰਗ, ਬੋਲ ਬੋਲ ਕੇ ਪੜ੍ਹੀ। ਜਿਹੜੀ ਚੀਜ਼ ਬੋਲ ਕੇ ਪੜਾਂਗੇ ਉਹ ਸਾਡੇ ਅੰਦਰ ਵਸੇਗੀ, ਧਿਆਨ ਘੱਟ ਭਟਕੇਗਾ ਜੇ ਬੋਲ ਕੇ ਕਰਾਂਗੇ। ਅੱਛਾ, ਵੈਸੇ ਇੱਕ ਅਸੀਂ ਹੁਣੇ ਹੀ ਥੋੜੀ ਦੇਰ ਪਹਿਲਾਂ ਇੱਕ ਹੋਰ ਮੀਟਿੰਗ ਚੱਲ ਰਹੀ ਸੀ, ਅਸੀਂ ਉੱਥੇ ਗੱਲ ਕਰ ਰਹੇ ਸੀ ਵੀ ਗੁਰਬਾਣੀ ਨਾ ਲੜੀਦਾਰ ਪੜ੍ਹਨੀ ਚਾਹੀਦੀ, ਲੜੀਦਾਰ ਸਰੂਪ, ਸਾਰੇ ਅੱਖਰ ਜੁੜੇ ਹੋਣ, ਉਹਦੇ 'ਚ ਧਿਆਨ ਬਹੁਤ ਘੱਟ ਭਟਕਦਾ ਹੈ। ਸ਼ੁਰੂ ਤੇ ਔਖਾ ਲੱਗਦਾ ਹੈ ਪਰ ਬੜਾ ਕਮਾਲ ਦਾ ਹੁੰਦਾ ਜੀ। ਚਲੋ ਕੋਈ ਗੱਲ ਨਹੀਂ। ਅੱਛਾ ਜੀ, ਪਹਿਲੀ ਗੱਲ ਬੋਲ ਬੋਲ ਕੇ, ਦੂਸਰੀ ਗੱਲ ਰੁਕ ਰੁਕ ਕੇ, ਤੀਸਰੀ ਗੱਲ ਸਮਝ ਸਮਝ ਕੇ। ਜਿੱਥੇ 2 ਲਾਈਨਾਂ ਆ ਗਈਆਂ ਨਾ, ਰੁਕ ਜਾਈਏ, ਸਾਹ ਲੈ ਲਈਏ। ਤੁਸੀਂ ਦੇਖਣਾ ਧਿਆਨ ਘੱਟ ਭਟਕੇਗਾ ਜੇ 2 ਲਾਈਨਾਂ ਤੇ ਰੁਕਣਾ ਹੀ ਸ਼ੁਰੂ ਕਰਤਾ। ਤੇ ਤੀਸਰੀ ਗੱਲ, ਸਮਝ ਸਮਝ ਕੇ। ਚੌਥੀ ਬੜੀ ਔਖੀ ਹੈ ਵੀ, ਕਿਸੇ ਨੂੰ ਪਤਾ ਹੈ ਤੇ ਲਿਖਦੇ ਹੋ ਜੀ, ਦੇਖਦੇ ਆ ਕਿਹਨੂੰ ਪਤਾ ਹੈ। ਬੜਿਆਂ ਨੇ ਵਾਈ ਲਿਖਿਆ ਸੀ। ਪਹਿਲਾ ਢੰਗ ਬੋਲ ਬੋਲ ਕੇ, ਦੂਸਰਾ ਰੁਕ ਰੁਕ ਕੇ, ਤੀਸਰਾ ਸਮਝ ਸਮਝ ਕੇ, ਤੇ ਚੌਥਾ ਕੀ ਹੋਏਗਾ ਜੀ?
देखते हैं। वेरी गुड, वेरी गुड। कई ਵੱਡਿਆਂ ने भी लिख दिता है जी। चौथा ढंग है मुस्कुरा मुस्कुरा के। सारे मुस्कुराओ जरा। 350 बच्चे ते किसी दे मम्मा पापा भी नाल बैठे होणगे, कोई टीचर भी होणगे, सारे मुस्कुराओ एक मिनट, खुश होवो जरा। मैं बेटा सोचदा कि जदों पाठ करना है ना मुस्कुरा के खुश हो जाइए भी मैं पाठ करन लगा। जिन्ना असी मुस्कुरावांगे उन्ना साडा ध्यान केंद्रित होएगा, उन्ना ही असी खुश होके बाणी नाल साडा कनैक्शन बन जाएगा, जुड़ जाएगा। अच्छा पहला मैं कहंदा सी पाठ करन लग्या मुस्कुरा के पाठ करो, हुण मैं कहना भी पाठ जे सुनना है ना, कीर्तन सुनना है ना, वो भी मुस्कुरा के सुनो। कहन नूं मैं क्या मुस्कुरा के करो, तुसीं सारे मुस्कुरा पे होवोगे, तुहाडीआं फोटोआं नज़र नहीं आ रहीआं पर मुस्कुरा पे होवोगे, है ना। मैं ये सोचदा बेटा मेरे कहे ते मुस्कुरा पे, जे अपने आप मुस्कुरांदे जां हर वेले मुस्कुराउण दा अभ्यास करो, खुश रहण दी कोशिश करो। नानक भगतां सदा विगास, भगत हर वेले खुश रहिंदे। तो चौथा ढंग मुस्कुरा के ते पंजवां बार बार जेड़ा फरमान ते मन टिके ना उन्होंने दोबारा पढ़ो, जिदे चो रस आए ना उस लाइन नूं दोबारा पढ़ो, आनंद लै लैके पाठ करिए, फिर तुहाडा ध्यान घट भटकेगा। ये तो 5 ढंग बहुत साल पहला कलगीधर गुरुद्वारा साहब कैंप ते मैनूं याद है जसप्रीत बेटी भी शायद उदों उत्थे ही सी, पहली वारी असीं उत्थे गल्लां कीतियां सी। फिर भी एक होर तरीका मैं अजकल की करदा, मैं जदों नितनेम करदा ना जी मैं अपने कोल पेन रख लैंदा, ए जिवें पेन रख लिया ना कोल, ते कापी भी रख लैंदा। जे कोई ध्यान च कोई होर गल आवे ना, बजाए कि उहनूं सोचे रखण दे मैं उत्थे लिख लैना भी पाठ तो बाद ਇਹ ਕੰਮ करना है, उस तो बाद फिर पाठ करन लग पओ, बड़ा मन टिकदा। अच्छा फिर मैं कदी-कदी की करदा कि पाठ जिहड़ा करना है ना ਉਹ ਸਟੀਕ ਤੋਂ ਕਰਨਾ, क्योंकि गुरु ग्रंथ साहब ਦੇ ਵਿੱਚ ਜਾਂ ਗੁਟਕੇ ਤੇ ਅਸੀਂ ਪੈਨ ਨਾਲ ਨਿਸ਼ਾਨ ਨਹੀਂ ਲਾ ਸਕਦੇ, पर किताब ते पोथी ते ਸਟੀਕ ਤੇ ਸ਼ਬਦਾਰਥ ਤੇ है ना ਅਸੀਂ ਲਗਾ ਸਕਦੇ ਹਾਂ। मैं एक देखिया एक सज्जन ने गुरु ग्रंथ साहब दर्पण ਜਿਹੜੇ 10 ਭਾਗ ਨੇ ਨਾ ਉਹਦੇ ਸਾਰੇ ਪਾਸੇ ਜਿਹੜੀ ਜਗ੍ਹਾ ਸੀ ਨਾ ਉੱਥੇ ਕੋਈ ਨਾ ਕੋਈ ਨੋਟਸ ਲਿਖੇ ਹੋਏ ਸੀ। ਸੋ ਜਿੰਨਾ ਜ਼ਿਆਦਾ ਅਸੀਂ ਲਿਖਾਂਗੇ ਉਸ ਗੱਲ ਨੂੰ ਜਾਂ ਅੰਡਰਲਾਈਨ ਕਰ ਦਾਂਗੇ, ਉਹਦੇ ਨਾਲ ਜਦੋਂ ਪਾਠ ਕਰਾਂਗੇ ਉੱਥੇ ਉੱਥੇ ਧਿਆਨ ਟਿਕੇਗਾ। ਹਾਂ ਇਹ ਵੈਸੀ ਗੱਲ ਹੈ, ਇਸ ਬੇਟੀ ਦੇ ਸਵਾਲ ਨਾਲ ਮੈਂ ਤੁਹਾਡੀ ਪੜ੍ਹਾਈ ਬਾਰੇ ਵੀ ਦੱਸਦਾ। ਤੁਸੀਂ ਦੱਸੋਗੇ ਤਾਂ ਨਹੀਂ ਕਿਸੇ ਨੂੰ? ਮੇਰਾ ਮਜ਼ਾਕ ਤਾਂ ਨਹੀਂ ਉਡਾਓਗੇ? ਜਦੋਂ ਮੈਂ ਤੁਹਾਡੀ ਉਮਰ ਦਾ ਸੀ ਨਾ, 7ਵੀਂ 8ਵੀਂ ਪੜ੍ਹਦਾ ਸੀ, 10ਵੀਂ ਪੜ੍ਹਦਾ ਸੀ, ਸਾਹਮਣੇ ਕਿਤਾਬ ਰੱਖੀ ਹੁੰਦੀ ਸੀ, ਧਿਆਨ ਕਿਤੇ ਹੋਰ ਚਲਾ ਜਾਂਦਾ ਸੀ। ਮੈਂ ਫਿਰ ਕੀ ਕੀਤਾ, ਆਪਣੇ ਘਰ ਦੀ ਦੀਵਾਰ ਤੇ ਨਾ ਇੱਧਰ ਵੀ ਲਿਖ ਕੇ ਲਗਾ ਦਿੱਤਾ, ਸਾਵਧਾਨ। ਸਾਵਧਾਨ ਦਾ ਮਤਲਬ ਕੀ ਹੈ? ਸਾਵਧਾਨ ਦੀ ਇੰਗਲਿਸ਼ ਕੀ ਹੈ ਜੀ? ਦੇਖਦੇ ਹਾਂ ਕਿਹਨੂੰ ਪਤਾ ਹੈ। ਹਾਂਜੀ ਦੇਖਦੇ ਹਾਂ ਕੌਣ ਸਭ ਤੋਂ ਪਹਿਲਾਂ ਚੈਟ ਕਰਦਾ ਹੈ ਜੀ। ਸਾਵਧਾਨ ਦੀ ਇੰਗਲਿਸ਼ ਕੀ ਹੈ? अटेंशन। वेरी गुड, नवनीत कौर ने करता जी। अटेंशन बिल्कुल भाई यार, जो सावधान पढ़िया फिर मैं ध्यान पाठ अपनी पढ़ाई करन लग पैंदा सी। एक साडे होर टीचर ने वो कहंदे जी मैं भी लिख के लाया होया सी, वो वैसे गोल्ड मैडलिस्ट ने, उन्होंने पता की लिख के लाया होया सी, जिथे बह के पढ़दे सी ना उत्थे दीवार ते लिख के लाया होया सी, ओए किधर नूं अपने आप नूं कहंदे सी, ओए की सोची जाना है। सो ध्यान साडा सब दा भटकदा है। कोशिश करिए, लिखिए, अंडरलाइन करिए, समझण दी कोशिश करिए, फिर ध्यान घट भटकेगा। नाले नाले अरदास भी करिए वाहिगुरू जी दे अगे, है ना। ये हौली हौली मन टिकदा है। छड्डिए ना ये रस्ता, कोशिश करते रहिए करते रहिए करते रहिए, एक दिन साडा ध्यान टिक जाएगा। भी बहुत ही वधिया, पहले 2 सवाल ही क्लीन बोल्ड करता जी तुसी ते, इन्ने प्यारे बच्चे, एडे वधिया सवाल जी। हाँ जी वाहिगुरू। हाँ जी तीसरा सवाल भी यही है जी, इहदे नाल मिलदा ही है तां जी, गुरबाणी विच मन किवें लगे? मेरे ख्याल नाल ते सेम जवाब है जी। हरमनप्रीत कौर जी सेकंड ईयर, क्लास सेकंड ईयर नहीं, क्लास सेकंड। वाह जी वाह, बहुत वधिया जी। जे तुहाडा इस
ਸਟੇਜ ਤੇ ਤੁਸੀਂ ਪਹੁੰਚ ਗਏ ਹੋ ਤੇ ਬਹੁਤ ਵਧੀਆ ਗੱਲ। ਅਰਦਾਸ ਕਰੀਏ, ਜ਼ਰੂਰ ਮਨ ਲੱਗੇਗਾ। ਜਦੋਂ ਗੁਰਬਾਣੀ ਸਮਝ ਆਣੀ ਸ਼ੁਰੂ ਹੋ ਗਈ ਨਾ, ਮਨ ਲੱਗਣਾ ਸ਼ੁਰੂ ਹੋ। ਠੀਕ ਹੈ ਜੀ। ਚਲੋ ਜੀ, ਚੌਥਾ ਸਵਾਲ ਜੀ। ਕਮਲਪ੍ਰੀਤ ਕੌਰ ਜੀ ਬਠਿੰਡਾ ਤੋਂ ਸਵਾਲ ਕਰਦੇ ਨੇ, ਗੁਰਬਾਣੀ ਪੜ੍ਹਦੇ ਹੋਏ ਵੀ ਕੁਝ ਲੋਕਾਂ ਦੇ ਅੰਦਰ ਸਬਰ, ਸੰਤੋਖ, ਨਿਮਰਤਾ ਕਿਉਂ ਨਹੀਂ ਆਉਂਦੀ? ਕਈ ਵਾਰ ਜਿਨ੍ਹਾਂ ਘਰਾਂ 'ਚ ਬਾਣੀ ਬਹੁਤ ਪੜ੍ਹੀ ਜਾਂਦੀ ਹੈ ਪਰ ਫਿਰ ਵੀ ਲੜਾਈ ਝਗੜਾ ਰਹਿੰਦਾ ਹੈ, ਇਸ ਦਾ ਕੀ ਕਾਰਨ? ਵਾਹ ਜੀ ਵਾਹ, ਮੇਰਾ ਤੇ ਦਿਲ ਕਰਦਾ ਹੈ ਇਸ ਬੇਟੀ ਨੂੰ, ਜਿਨ੍ਹਾਂ ਦਾ ਵੀ ਇਹ ਸਵਾਲ ਹੈ, ਇਹਨਾਂ ਨੂੰ ਇੱਕੋ ਹੀ ਪ੍ਰਾਈਜ਼ ਦੇ ਦਿਆਂ ਜੀ ਮੈਂ। ਵਾਹਿਗੁਰੂ। ਇੱਕ ਮਿੰਟ ਰਹਿਣ ਦਿਓ ਜੀ, ਇਹ ਸਵਾਲ ਇੱਕ ਮਿੰਟ ਸਕਰੀਨ ਤੇ ਹੀ ਰਹਿਣ ਦਿਓ ਜੀ, ਭਾਵੇਂ ਫੁੱਲ ਕਰ ਦਿਓ। ਬਹੁਤ ਪਿਆਰੀ ਗੱਲ ਇਸ ਬੇਟੀ ਨੇ ਲਿਖੀ ਹੈ ਕਿ ਜੇ ਅਸੀਂ ਪਾਠ ਕਰ ਰਹੇ ਹਾਂ ਫਿਰ ਵੀ ਸਾਡੇ ਅੰਦਰ ਸਬਰ, ਸੰਤੋਖ, ਨਿਮਰਤਾ ਨਹੀਂ ਆਈ। ਵੈਸੇ ਤੇ ਇਹ ਕਦੇ ਹੋ ਨਹੀਂ ਸਕਦਾ ਕਿ ਅਸੀਂ ਪਾਠ ਕਰਦੇ ਹੋਈਏ ਤੇ ਇਹ ਗੁਣ ਨਾ ਆਣ। ਇਹਦਾ ਮਤਲਬ ਇਹ ਹੋ ਗਿਆ ਵੀ ਅਸੀਂ ਪਾਠ ਕਰਦੇ ਹੀ ਨਹੀਂ। ਤੇ ਜੇ ਮੈਨੂੰ ਤੁਸੀਂ ਆਗਿਆ ਦਿਓ ਨਾ, ਨਾਰਾਜ਼ ਨਾ ਹੋਣਾ, ਬਹੁਤੀ ਵਾਰੀ ਅਸੀਂ ਪਾਠ ਕਰਦੇ ਕੋਈ ਨਹੀਂ, ਪਾਠ ਕਰਨ ਦਾ ਡਰਾਮਾ ਕਰਦੇ ਹਾਂ। ਪਾਠ ਕਰਨ ਦੀ ਮਸ਼ੀਨ ਚਲਾਉਂਦੇ ਹਾਂ, ਮਕੈਨੀਕਲ ਐਕਸਰਸਾਈਜ਼ ਕਰਦੇ ਹਾਂ, ਪਾਠ ਨਹੀਂ ਕਰਦੇ। ਇੱਕ ਕਾਰਵਾਈ ਪੂਰੀ ਕਰਦੇ ਹਾਂ। ਜੇ ਕੋਈ ਬੱਚਾ ਰੋਜ਼ ਸਕੂਲ ਚਲਾ ਜਾਵੇ, ਜਾ ਕੇ ਆ ਜਾਵੇ, ਜਾਂ ਉੱਥੇ ਕਲਾਸ ਹੀ ਨਾ ਲਾਵੇ, ਸਕੂਲ 'ਚ ਹੀ ਬੈਠਾ ਰਵੇ, ਇੱਧਰ ਉੱਧਰ ਬੈਠਾ ਰਵੇ। ਕਾਲਜਾਂ 'ਚ ਕਈ ਬੱਚੇ ਜਾਂਦੇ ਨੇ, ਕਾਲਜ ਚਲੇ ਗਏ, ਕਲਾਸ ਵੀ ਜਾਂਦੇ ਕੋਈ ਨਹੀਂ, ਗਰਾਊਂਡ 'ਚ ਬੈਠੇ ਰਹਿੰਦੇ। ਫਿਰ ਉਹ ਕਹਿਣ ਮੈਂ ਪਾਸ ਕਿਉਂ ਨਹੀਂ ਹੋਇਆ, ਮੈਂ ਤੇ ਰੋਜ਼ ਕਾਲਜ ਜਾਂਦਾ ਸੀ, ਮੈਂ ਤੇ ਰੋਜ਼ ਸਕੂਲ ਜਾਂਦਾ ਸੀ। ਤੂੰ ਤਾਂ ਪੜ੍ਹਿਆ ਹੀ ਨਹੀਂ ਕੁਛ। ਇੱਕ ਗੱਲ ਬੇਨਤੀ ਕਰਾਂ, ਜ਼ਰੂਰ ਪਾਠ ਕਰਨ ਤੋਂ ਬਾਅਦ ਨਾ ਤੁਹਾਡੇ ਟੀਚਰ ਨਾਰਾਜ਼ ਨਾ ਹੋ ਜਾਣ। ਸਾਰੇ ਕਹਿੰਦੇ, ਤੁਹਾਨੂੰ ਟੀਚਰ ਵੀ ਕਹਿੰਦੇ ਨੇ ਪੜ੍ਹਾਈ ਕਰੋ, ਮਾਪਿਓ ਵੀ ਕਹਿੰਦੇ ਨੇ ਪੜ੍ਹਾਈ ਕਰੋ, ਪਰ ਬੇਟਾ ਮੈਂ ਤੁਹਾਨੂੰ ਪਤਾ ਕੀ ਕਹਿਣ ਲੱਗਾ, ਲਿਖ ਕੇ ਕਵਾਂ? ਇਹ ਐਸੇ ਹੀ ਕਹਿ ਦਿੰਦਾ ਜੀ ਹੈ। ਮੈਂ ਅੱਜ ਕੱਲ੍ਹ ਸਾਰੇ ਬੱਚਿਆਂ ਨੂੰ ਕਹਿਣਾ, ਬੱਚਿਓ ਲੜਾਈ ਕਰੋ। ਕੀ ਕਰੋ? ਲੜਾਈ ਕਰੋ। ਤੇ ਠੀਕ ਹੈ, ਸਾਰੇ ਬੱਚਿਆਂ ਨੂੰ ਲੜਾਈ ਕਰਨੀ ਚਾਹੀਦੀ ਹੈ ਜੀ, ਵੱਡਿਆਂ ਨੂੰ ਵੀ ਲੜਾਈ ਕਰਨੀ ਚਾਹੀਦੀ ਹੈ। ਦੱਸੋ ਜੀ, ਕਿਹਦੇ ਨਾਲ ਲੜਾਈ ਕਰਨੀ ਚਾਹੀਦੀ ਹੈ? ਦੇਖਦੇ ਹਾਂ ਕੌਣ ਸਭ ਤੋਂ ਪਹਿਲਾਂ ਦੱਸਦਾ। ਕਿਹਦੇ ਨਾਲ ਲੜਾਈ ਕਰਨੀ ਚਾਹੀਦੀ ਕਿ ਕਰਨੀ ਹੀ ਨਹੀਂ ਚਾਹੀਦੀ? ਸਟੱਡੀ ਨਾਲ ਲੜਾਈ ਕਰੀਏ, ਆਪਣੇ ਆਪ ਨਾਲ ਲੜਾਈ ਕਰੀਏ, ਮਨ ਨਾਲ। ਵੈਰੀ ਗੁੱਡ, ਵੈਰੀ ਵੈਰੀ। ਸਾਨੂੰ ਸਾਰਿਆਂ ਨੂੰ ਹਰ ਰੋਜ਼ ਆਪਣੇ ਮਨ ਨਾਲ ਲੜਾਈ ਕਰਨੀ ਚਾਹੀਦੀ ਹੈ। ਲਿਖ ਲਓ ਜੀ ਆਪਣੀ ਕਾਪੀਆਂ 'ਚ, ਵੱਡਾ ਵੱਡਾ ਲਿਖ ਕੇ ਉੱਤੇ ਬਾਕਸ ਬਣਾ ਦਿਓ। ਹਾਂਜੀ, ਕਈ ਕਹਿੰਦੇ ਅਵਗੁਣਾ ਨਾਲ ਸਭ ਕੁਝ, ਮਨ ਦੇ ਨਾਲ ਜਦੋਂ ਕੀਤੀ ਤੇ ਇਹ ਸਾਰਾ ਕੁਝ ਆ ਜਾਏਗਾ। ਕੀ ਲਿਖਿਆ? ਸਾਨੂੰ ਸਾਰਿਆਂ ਨੂੰ ਆਪਣੇ ਮਨ ਨਾਲ ਲੜਾਈ ਕਰਨੀ ਚਾਹੀਦੀ ਹੈ। ਮਨ ਨਾਲ ਲੜਾਈ ਦਾ ਮਤਲਬ ਪਤਾ ਕੀ ਹੈ? ਮਨ ਵਿੱਚ ਆ ਰਿਹਾ ਆਲਸ, ਮਨ ਨਾਲ ਲੜਾਈ ਕਰੋ, ਮੈਂ ਆਲਸ ਨਹੀਂ ਕਰਨਾ, ਮੈਂ ਉੱਠਣਾ ਹੈ, ਮੈਂ ਪੜ੍ਹਨਾ ਹੈ। ਮਨ ਕਹਿੰਦਾ ਵੀ ਉਹਦੀ ਨਿੰਦਾ ਚੁਗਲੀ ਕਰ, ਮਨ ਨਾਲ ਲੜਾਈ ਕਰੋ, ਨਹੀਂ ਨਹੀਂ ਮੈਂ ਨਹੀਂ ਕਰਨਾ। ਮਨ ਕਹਿੰਦਾ ਅੱਜ ਰਹਿਣ ਦੇ, ਅੱਜ ਪੜ੍ਹਾਈ ਨਾ ਕਰ, ਅੱਜ ਪਿਕਚਰ ਦੇਖ ਲੈ, ਅੱਜ ਗੰਦੀਆਂ ਗੱਲਾਂ ਕਰ ਲੈ। ਮਨ ਨਾਲ ਲੜਾਈ ਕਰਨੀ ਹੈ, ਨਾ ਨਾ ਮੈਂ ਤੇਰਾ ਕਹਿਣਾ ਨਹੀਂ ਮੰਨਣਾ। ਅਸੀਂ ਸਾਰੇ ਜਣੇ, ਜਿੰਨੇ ਜਣੇ, ਅੱਛਾ ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿੰਦੇ ਨੇ, ਜੋ ਜਨ ਲੂਝੈ ਮਨੈ ਸਿਉ ਸੇ ਸੂਰੇ ਪਰਧਾਨਾ। ਆਹਾ, ਸਾਰੇ ਪੜ੍ਹੋ ਜੀ, ਕਿੰਨਾ ਸੌਖਾ ਹੈ। ਗੁਰਬਾਣੀ ਪੜ੍ਹਨ ਲਈ, ਸਮਝਣ ਲਈ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਆਪਣੇ ਆਪ ਬਾਰ-ਬਾਰ ਪੜ੍ਹੋ, ਅਰਥ ਆ ਜਾਣਗੇ। ਜੋ ਜਨ ਲੂਝੈ, ਜਿਹੜੇ ਜਨ ਲੁੱਝਦੇ ਨੇ, ਗੁੱਥਮ ਗੁੱਥਾ ਹੁੰਦੇ ਨੇ, ਕਿਹਦੇ ਨਾਲ? ਮਨੈ ਸਿਉ, ਮਨ ਦੇ ਨਾਲ। ਸੇ ਸੂਰੇ ਪ੍ਰਧਾਨਾ, ਉਹ ਅਸਲ ਵਿੱਚ ਸੂਰਮੇ ਨੇ, ਉਹ ਬਹਾਦਰ ਨੇ, ਉਹ ਪ੍ਰਧਾਨ ਨੇ, ਉਹ ਮੁਖੀ ਨੇ, ਜਿਹੜੇ ਆਪਣੇ ਮਨ ਨਾਲ ਲੜਦੇ ਨੇ। ਤੇ ਬੇਟਾ ਜਿਹੜੇ ਆਪਣੇ ਮਨ ਨਾਲ ਲੜਨਗੇ ਨਾ, ਵਾਹ ਜੀ ਵਾਹ, ਬਹੁਤ ਵਧੀਆ ਜੀ, ਲਿਖਿਆ ਆ ਗਿਆ ਜੀ, ਜੋ ਜਨ ਲੂਝੈ ਮਨੈ ਸਿਉ ਸੇ ਸੂਰੇ ਪ੍ਰਧਾਨਾ। ਆਹਾ,
ਲਿਖ ਲਓ ਜੀ, ਨਹੀਂ ਤੇ ਇਹਦੀ ਸਕਰੀਨਸ਼ਾਟ ਰੱਖ ਲਓ। ਇਹੋ ਜਿਹੇ ਜਿਹੜੇ ਫਰਮਾਨ ਨੇ ਨਾ, ਮੈਂ ਇਹਨਾਂ ਨੂੰ ਕਹਿੰਦਾ ਇਹ ਰਤਨ ਨੇ। ਰਤਨ ਤੁਹਾਡੀ ਭਾਸ਼ਾ 'ਚ ਕੀ ਕਹੀਏ ਵੀ ਸਿੱਕੇ ਨੇ, ਸੋਨੇ ਦੇ ਸਿੱਕੇ ਸਮਝ ਲਓ। ਚਲੋ ਰਤਨ ਵੈਸੇ ਉਸ ਤੋਂ ਵੀ ਉੱਪਰ ਹੁੰਦੇ ਨੇ, ਹੈਨਾ। ਇਹ ਸੋਨੇ ਦੇ ਬਿਸਕੁਟ ਨੇ, ਸੋਨੇ ਦੇ ਸਿੱਕੇ ਨੇ। ਵਾਹ ਭਈ ਵਾਹ, ਇਹਨੂੰ ਸੰਭਾਲ ਕੇ ਰੱਖ ਲਓ। ਜੋ ਜਨ ਲੂਛੈ ਮਨੈ ਸਿਉ ਸੇ ਸੂਰੇ ਪਰਖਾਨਾ। ਜਿੰਨਾ ਅਸੀਂ ਆਪਣੇ ਮਨ ਨਾਲ ਲੜਾਈ ਕਰਾਂਗੇ। ਅੱਛਾ, ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ। ਮੈਂ ਆਪਣੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਮੈਂ ਪੜ੍ਹਾਉਂਦਾ ਨਾ, ਉੱਥੇ ਅਸੀਂ 2 ਮਹੀਨੇ ਪਹਿਲਾਂ ਨਾ ਇੱਕ ਕੋਰਸ ਲਗਾਇਆ ਸੀ ਸਾਈਕੋਲੋਜੀਕਲ ਫਸਟ ਏਡ ਦਾ। ਸਾਰੀ ਯੂਨੀਵਰਸਿਟੀ ਦੇ 4000 ਬੱਚਿਆਂ ਨੂੰ ਅਸੀਂ ਇਹ ਕੋਰਸ ਕਰਾਇਆ। ਉਹਦੇ ਬਾਰੇ ਬੜੇ ਸਾਡੇ 20-25 ਬਾਹਰੋਂ ਸਪੀਕਰ ਆਏ, ਅਸੀਂ ਵੀ ਬੜਾ ਪੜ੍ਹਿਆ ਉਹਨਾਂ ਤੋਂ। ਇੱਕ ਗੱਲ ਮੈਨੂੰ ਉਹਨਾਂ 'ਚੋਂ ਬੜੀ ਕਮਾਲ ਦੀ ਲੱਗੀ, ਜੇ ਤੁਸੀਂ ਕੈਚ ਕਰ ਲਓ। ਸਾਰੇ ਰੈਡੀ ਹੋ? ਕੈਚ ਕਰਾਵਾਂ? ਕਰੋਗੇ ਕੈਚ? ਹੱਥ ਨਾਲ ਨਹੀਂ, ਦਿਮਾਗ ਨਾਲ, ਹੈ ਨਾ। ਪਤਾ ਕੀ ਕੈਚ ਹੈ? ਉਹ ਕੈਚ ਇਹ ਹੈ ਕਿ ਸਾਡਾ ਮਨ ਬੜਾ ਕਮਜ਼ੋਰ ਹੈ। ਮਨ ਨੂੰ ਜਿਤਨਾ ਬੜਾ ਸੌਖਾ ਜੇ, ਅਸੀਂ ਬੜਾ ਘਬਰਾ ਜਾਂਦੇ ਹਾਂ ਵੀ ਮਨ ਜਿਹੜਾ ਨਾ ਆ, ਮਨ ਬੜਾ ਸਾਡੇ ਤੇ ਹਾਵੀ ਹੋ ਜਾਂਦਾ। ਨਹੀਂ ਨਹੀਂ ਨਹੀਂ, ਮਨ ਇੰਨਾ ਜ਼ਿਆਦਾ ਭਿਆਨਕ ਨਹੀਂ ਹੈ। ਤੁਸੀਂ ਜੇ ਦ੍ਰਿੜ ਸੰਕਲਪ ਹੋ, ਤੁਸੀਂ ਮਨ ਨੂੰ ਕਾਬੂ ਕਰ ਸਕਦੇ ਹੋ। ਮੈਂ ਇੱਕ ਗੱਲ ਸੁਣਾਉਂਦਾ ਹੁੰਦਾ, ਸ਼ਾਇਦ ਮੇਰੇ ਖਿਆਲ ਉਸ ਦਿਨ ਵੀਰ ਜੀ ਵੀ ਨਾਲ ਸੀ। ਬੜੀ ਪੁਰਾਣੀ ਗੱਲ, 2000 ਅੱਜ ਤੋਂ 12-13 ਸਾਲ ਪੁਰਾਣੀ ਗੱਲ। ਅਸੀਂ ਜੰਮੂ ਤੋਂ ਵਾਪਿਸ ਆ ਰਹੇ ਸੀ ਤੇ ਇੱਕ ਨੌਜਵਾਨ ਬੇਟਾ ਕਾਰ ਚਲਾ ਰਿਹਾ ਸੀ, ਗੱਡੀ ਜਿਹਦੇ 'ਚ ਅਸੀਂ ਆ ਰਹੇ ਸੀ। ਤੇ ਜੰਮੂ ਤੋਂ ਅਸੀਂ ਹਾਲੇ ਘੰਟਾ ਕੋਈ ਹੋਇਆ ਸੀ ਪਠਾਨਕੋਟ ਦੇ ਕੋਲ ਪਹੁੰਚੇ ਸੀ। ਤੇ ਮੈਂ ਉਸ ਬੇਟੇ ਨੂੰ ਕਿਹਾ ਵੀ ਲਿਆ, ਮੈਂ ਕਾਰ ਚਲਾਉਣਾ, ਤੂੰ ਥੱਕ ਗਿਆ ਹੋਏਗਾ। ਹਾਲੇ ਲੁਧਿਆਣਾ ਆਉਣ ਨੂੰ 3-3.5 ਘੰਟੇ ਸੀਗੇ। ਪਰ ਉਹ ਨੌਜਵਾਨ ਬੇਟਾ ਪਤਾ ਕੀ ਕਹਿੰਦਾ, ਨਹੀਂ ਨਹੀਂ ਅੰਕਲ ਮੈਂ ਚਲਾਈ ਜਾਂਦਾ, ਕੋਈ ਗੱਲ ਨਹੀਂ, ਘੰਟਾ ਰਹਿ ਗਿਆ ਬਸ। ਮੈਂ ਕਿਹਾ ਨਹੀਂ, ਹਾਲੀ 3.5 ਘੰਟੇ ਲੱਗਣੇ ਲੁਧਿਆਣਾ ਪਹੁੰਚਣ ਨੂੰ, ਘੰਟਾ ਕਿੱਥੇ ਰਹਿ ਗਿਆ। ਅੱਗੋਂ ਬੇਟਾ ਪਤਾ ਕੀ ਕਹਿੰਦਾ, ਕਹਿੰਦਾ ਅੰਕਲ ਮੈਨੂੰ ਪਤਾ ਹੈ, ਮੈਂ ਨਾ ਆਪਣੇ ਮਨ ਨੂੰ ਬੇਵਕੂਫ ਬਣਾ ਦਿੰਦਾ ਵੀ ਯਾਰ ਘੰਟਾ ਤੇ ਰਹਿ ਗਿਆ, ਚੱਲ ਚੱਲੀ ਜਾਂਦੇ ਆ। ਤੇ ਮੈਂ ਉਸ ਬੱਚੇ ਤੋਂ ਬੜੀ ਵਧੀਆ ਗੱਲ ਸਿੱਖੀ। ਜੇ ਤੁਹਾਨੂੰ ਕਦੇ ਵੀ ਆਲਸ ਆਏ ਨਾ ਬੇਟਾ, ਆਂਦਾ ਹੈ ਨਾ, ਵੈਸੇ ਸਾਰਿਆਂ ਨੂੰ ਆਂਦਾ ਜੀ ਆਲਸ, ਦੱਸਿਓ ਨਾ, ਮੈਨੂੰ ਵੀ ਆਂਦਾ। ਅਸੀਂ ਸਾਰੇ ਆਲਸ ਕਰਦੇ ਹਾਂ, ਪਰ ਕੋਈ ਆਲਸ ਵਿੱਚ ਘੰਟਾ, ਦਿਨ, ਹਫ਼ਤਾ ਬਿਤਾ ਦਿੰਦਾ। ਕੋਈ 5 ਮਿੰਟ ਦੇ ਆਲਸ ਬਾਅਦ ਹੀ ਆਪਣੇ ਮਨ ਨਾਲ ਲੜ ਕੇ ਨਾ ਆਲਸ ਨੂੰ ਹਰਾ ਦਿੰਦਾ। ਪਤਾ ਕੀ ਕਰਿਆ ਕਰੋ, ਜੇ ਤੁਹਾਡਾ ਕੰਮ ਦਿਲ ਨਾ ਕਰੇ ਕੁਝ ਕਰਨ ਨੂੰ, ਹੈ ਨਾ, ਤੁਸੀਂ ਕਹੋ ਨਹੀਂ ਨਹੀਂ ਮਨਾ, ਬਸ ਮੈਂ 5 ਮਿੰਟ ਕਰਕੇ ਆ ਜਾਵਾਂਗੀ। ਇਹ ਕਹੋ ਆਪਣੇ ਮਨ ਨੂੰ। ਤੇ ਜਦੋਂ ਤੁਸੀਂ ਕੰਮ 5 ਮਿੰਟ ਸ਼ੁਰੂ ਕਰੋਗੇ ਨਾ, ਫਿਰ ਤੁਹਾਡਾ ਦਿਲ ਕਰੇਗਾ ਅੱਧਾ ਘੰਟਾ ਕਰ ਲਾਂ, ਘੰਟਾ ਕਰ ਲਾਂ। ਇਹ ਮਨ ਸਾਨੂੰ ਬੇਵਕੂਫ ਬਣਾਉਂਦਾ, ਸਾਨੂੰ ਲੁੱਟਦਾ, ਆਪਾਂ ਇਹਨੂੰ ਲੁੱਟਣਾ ਸ਼ੁਰੂ ਕਰਦੇ। ਤੇ ਇਹ ਬੜਾ ਹੀ ਸੌਖਾ ਜੇ, ਅਸੀਂ ਸਾਰੇ ਇਹ ਕੁਝ ਕਰ ਸਕਦੇ ਹਾਂ। ਸੋ ਜਿਹੜਾ ਬਾਣੀ ਨੂੰ ਧਿਆਨ ਨਾਲ ਪੜ੍ਹੇਗਾ, ਵਿਚਾਰੇਗਾ, ਉਹਦੇ ਅੰਦਰ ਇਹ ਸਾਰੇ ਸਦਗੁਣ, ਸਬਰ, ਸੰਤੋਖ ਆਏਗਾ ਹੀ ਆਏਗਾ। ਜੇ ਬੇਟਾ 5 ਸਾਲ 10 ਸਾਲ ਬਾਣੀ ਪੜ੍ਹਨ ਤੋਂ ਬਾਅਦ ਵੀ ਗੁੱਸਾ ਉਨਾ ਹੀ ਹੈ, ਚਿੰਤਾ ਉਨੀ ਹੈ, ਘਬਰਾਹਟ ਉਨੀ ਹੈ, ਸਮਝ ਲਓ ਫਿਰ ਸਾਡੀ ਹਾਜ਼ਰੀ ਨਹੀਂ ਲੱਗੀ। ਜਿਵੇਂ ਤੁਹਾਡੀ ਹਾਜ਼ਰੀ ਕਈਆਂ ਦੀ ਲੱਗ ਰਹੀ ਹੈ ਵੀ ਤੁਸੀਂ ਇੱਥੇ ਹਾਜ਼ਰ ਹੋ, ਨਾਮ ਤੁਹਾਡਾ ਆ ਰਿਹਾ ਕਿ ਨਹੀਂ ਆ ਰਿਹਾ, ਹੈ ਨਾ। ਲੇਕਿਨ ਹੋ ਸਕਦਾ ਕੋਈ ਔਨ ਕਰਕੇ ਕਿਤੇ ਚਲਾ ਗਿਆ ਹੋਵੇ, ਹੈ ਨਾ, ਉਹਨੂੰ ਇਹ ਚੀਜ਼ਾਂ ਥੋੜਾ ਮਿਲਣਗੀਆਂ। ਉਹਦੀ ਲਾਈਫ ਤੇ ਉਵੇਂ ਦੀ ਉਵੇਂ ਰਹੇਗੀ। ਇੱਥੇ ਭਾਵੇਂ ਹਾਜ਼ਰੀ ਲੱਗ ਗਈ, ਇੱਥੇ ਅਸੀਂ ਹੇਰਾਫੇਰੀ ਕਰ ਲਈ, ਪਰ ਗੁਰੂ ਦੇ ਦਰਬਾਰ ਵਿੱਚ ਐਵੇਂ ਨਹੀਂ ਹੁੰਦਾ ਜੀ। ਗੁਰੂ ਸਾਹਿਬ ਜਾਨੀ ਜਾਨ ਨੇ, ਤੇ ਜੇ ਸਾਡੀ ਹਾਜ਼ਰੀ ਲੱਗੇਗੀ ਫਿਰ ਸਾਡੇ ਅੰਦਰ ਸਬਰ ਆਏਗਾ, ਸੰਤੋਖ ਆਏਗਾ, ਸ਼ਾਂਤੀ ਆਏਗੀ। ਮੈਨੂੰ ਬੜਾ ਤਕਲੀਫ ਹੁੰਦੀ ਹੈ ਜਦੋਂ ਕੋਈ ਕਹਿੰਦਾ ਹੈ ਜੀ ਅਸੀਂ ਆਪਣੀ ਕੁੜੀ ਲਈ ਬੜਾ ਇੱਕ ਗੁਰਸਿੱਖ ਘਰ ਦੇਖਿਆ ਸੀ ਜੀ, ਅੰਮ੍ਰਿਤਧਾਰੀ ਸੀ ਜੀ, ਬਸ ਗੱਲ ਨੇੜੇ ਹੀ ਸੀ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਤੇ ਦਾਜ ਲਈ ਬੜਾ ਕੁਝ ਮੰਗਣਾ ਸ਼ੁਰੂ ਕਰ ਦਿੱਤਾ। ਉਹ ਤੇ ਬੜੇ ਲਾਲਚੀ ਨਿਕਲੇ ਜੀ, ਹੈਗੇ ਅੰਮ੍ਰਿਤਧਾਰੀ ਨੇ। ਫਿਰ ਮੈਂ ਕਿਹਾ ਵੀ ਨਹੀਂ, ਉਹ ਅੰਮ੍ਰਿਤਧਾਰੀ ਨਹੀਂ, ਉਹ ਤਾਂ ਵੈਸੇ ਉਹਨਾਂ ਨੇ ਕਕਾਰ ਧਾਰਨ ਕੀਤੇ ਹੋਏ ਨੇ, ਕਕਾਰਧਾਰੀ ਨੇ। ਜਿਹੜਾ ਤੇ ਅੰਮ੍ਰਿਤਧਾਰੀ ਹੋਏਗਾ ਉਹ ਤਾਂ ਬੜੀ ਰੱਜ ਜਾਏਗਾ, ਉਹ ਤਾਂ ਰਾਜਾ ਹੋ ਜਾਂਦਾ ਹੈ ਨਾ। ਤੇ ਜੇ ਪਾਠ ਕਰਨ ਵਾਲੇ ਤੇ ਨਾ ਕਰਨ ਵਾਲੇ ਦੋਨਾਂ ਦਾ ਜੀਵਨ ਇੱਕੋ ਜਿਹਾ ਹੀ ਹੋਏਗਾ ਤੇ ਲੋਕੀ ਕਹਿਣਗੇ ਕੀ ਫਾਇਦਾ ਪਾਠ ਕਰਨ ਦਾ। ਅਰੇ ਬੇਟੀ ਦਾ ਸਵਾਲ ਬੜਾ ਵਧੀਆ ਹੈ। ਸੱਚਮੁੱਚ ਸਾਡੇ ਸਮਾਜ ਵਿੱਚ ਇਹੀ ਕੁਝ ਹੋਇਆ ਪਿਆ।
ਅਸੀਂ ਬਾਹਰੋਂ ਬੜੇ ਚੰਗੇ ਆ, ਗੱਲਾਂ ਵੀ ਬੜੀਆਂ ਚੰਗੀਆਂ ਕਰਦੇ ਆ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗਿਆਨ ਵੀ ਬੜਾ ਹੈ, ਜਗ ਗਿਆਨੀ ਵਿਰਲਾ ਆਚਾਰੀ। ਆਪਾਂ ਸਾਰੇ ਇਸ ਬੱਚੀ ਦਾ ਸਵਾਲ ਬਹੁਤ ਵਧੀਆ ਬੇਟਾ ਜੀ। ਆਪਾਂ ਸਾਰੇ ਕੋਸ਼ਿਸ਼ ਕਰੀਏ, ਆਪਣੇ ਮਨ ਨਾਲ ਲੜੀਏ, ਫਿਰ ਆਪਣੇ ਮਨ ਨੂੰ ਸੋਹਣਾ ਬਣਾਈਏ। ਇਹ ਲਿਖੋ ਜੀ ਆਪਣੀ ਕਾਪੀ ਵਿੱਚ, ਇਸ ਗੱਲ ਤੋਂ, ਇਸ ਸਵਾਲ ਤੋਂ ਇਹ ਚੀਜ਼ ਇੱਕ ਲਈਏ। ਲਿਖੋ ਜੀ, ਮੈਂ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ। ਮੈਂ ਵੀ ਲਿਖ ਲੈਣਾ ਜੀ, ਮੈਂ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ। ਵਾਹ ਜੀ ਵਾਹ, ਆਹਾ। ਤਨ ਨੂੰ ਸੋਹਣਾ ਬਣਾਉਣਾ ਹੋਏ ਤੇ ਕੀ ਕਰਦੇ ਆ ਜੀ? ਅਸੀਂ ਰੰਗਦਾਰ ਮੈਚਿੰਗ ਕੱਪੜੇ ਪਾਉਂਦੇ ਆ, ਮਹਿੰਗੀਆਂ ਚੀਜ਼ਾਂ ਪਾਉਂਦੇ ਆ, ਘੜੀਆਂ, ਚੂੜੀਆਂ, ਕੋਈ ਹੋਰ ਕੋਈ ਹਾਰ ਪਾਉਂਦੇ ਆ, ਹੈਨਾ, ਗਹਿਣੇ ਪਾਉਂਦੇ ਆ ਵੀ ਸਾਡਾ ਤਨ ਸੋਹਣਾ ਲੱਗੇ। ਸੂਟ ਮਹਿੰਗਾ ਪਾਈਏ, ਤਨ ਸੋਹਣਾ ਲੱਗੇ। ਤੇ ਕਈ ਤੇ ਪਤਾ ਕੀ ਕਰਦੇ ਨੇ, ਉਹ ਇੱਥੇ ਕੁਝ ਨਾ ਕੁਝ ਕੈਮੀਕਲ ਵੀ ਲਗਾਉਂਦੇ ਨੇ, ਪਲੇਥਨ ਜਿਹਾ ਲਾ ਲੈਂਦੇ ਨੇ, ਕੋਈ ਪਾਊਡਰ ਤੇ ਲਾਲੀ, ਬੜਾ ਕੁਝ ਥੱਪਦੇ ਨੇ। ਸੱਚ ਦੱਸਾਂ, ਸੋਹਣੇ ਫਿਰ ਵੀ ਨਹੀਂ ਲੱਗਦੇ। ਪਰ ਜਿਨ੍ਹਾਂ ਦਾ ਅੰਦਰ ਸੋਹਣਾ ਹੁੰਦਾ ਹੈ ਨਾ, ਜਿਨ੍ਹਾਂ ਦੇ ਅੰਦਰ ਨਾਮ ਹੁੰਦਾ ਹੈ, ਬਾਣੀ ਹੁੰਦੀ ਹੈ, ਅੱਛਾ ਕਹਿੰਦੇ ਨੇ, ਗੁਰਮੁਖਾਂ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ। ਗੁਰਮੁਖਾਂ ਦੇ ਮੁਖ ਉਜਲੇ ਹੋ ਜਾਂਦੇ ਨੇ। ਤੇ ਜਿਹੜਾ ਮਨ ਨੂੰ ਸੋਹਣਾ ਬਣਾਉਣਾ ਹੈ ਨਾ, ਹੁਣ ਸਭ ਨੇ ਲਿਖ ਲਿਆ ਨਾ, ਮੈਂ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ। ਚੈਟ ਵਿੱਚ ਲਿਖ ਰਹੇ ਹੋ, ਸਾਨੂੰ ਮਨ ਸੋਹਣਾ ਬਣਾਉਣਾ ਚਾਹੀਦਾ ਹੈ। ਚਾਹੀਦਾ ਤੇ ਹੈ, ਤੁਸੀਂ ਸੰਕਲਪ ਲਓ ਜੀ, ਮੈਂ ਆਪਣੇ ਮਨ ਨੂੰ ਸੋਹਣਾ ਬਣਾਉਣਾ। ਵਾਹ ਜੀ ਵਾਹ, ਦੇਖੋ ਫਰਮਾਨ ਵੀ ਆ ਗਿਆ ਜੀ, ਗੁਰਸਿੱਖਾਂ ਕੇ ਮੁਖ ਉਜਲੇ। ਹਾਂ, ਮੈਂ ਗੁਰਮੁਖਾਂ ਕਹਿਤਾ ਸੀ, ਗੁਰਸਿੱਖਾਂ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ। ਗੁਰਸਿੱਖਾਂ ਦੇ ਮੱਥੇ ਖਿੜੇ ਨੇ, ਪਰ ਬੇਮੁਖਾਂ ਦੇ ਮੱਥੇ ਜਿਹੜੇ ਮੂੰਹ ਨੇ ਪੀਲੇ ਪਏ ਨੇ, ਜਿਵੇਂ ਪਰਾਲੀ ਹੁੰਦਾ। ਹਾਂਜੀ, ਸਾਨੂੰ ਆਪਣੇ ਮਨ ਨੂੰ ਸੋਹਣਾ ਬਣਾਉਣਾ ਚਾਹੀਦਾ। ਇਹ ਲਿਖਣ ਦੀ ਬਜਾਏ ਇਹ ਲਿਖੋ, ਮੈਂ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ। ਹੁਣ ਕੋਈ ਦੱਸ ਸਕਦਾ ਵੀ ਆਪਣੇ ਮਨ ਨੂੰ ਸੋਹਣਾ ਬਣਾਉਣ ਦਾ ਕੀ ਮਤਲਬ ਹੋਇਆ ਜੀ? ਬੜੀ ਸੋਹਣੀ ਚੈਟ ਕਰ ਰਹੇ ਜੀ, ਦੇਖਦੇ ਹਾਂ ਕੀ ਕੀ ਤੁਸੀਂ ਚੈਟ ਕਰਦੇ ਹੋ। ਮਨ ਨੂੰ ਸੋਹਣਾ ਬਣਾਉਣ ਦਾ ਕੀ ਮਤਲਬ ਹੈ? ਗੁਰਬਾਣੀ ਪੜ੍ਹਨੀ, ਚਲੋ ਜੀ। ਹੋਰ ਜੀ, ਸੋਹਣਾ ਮਨ ਕਿਵੇਂ ਪਤਾ ਲੱਗੇਗਾ? ਪਾਪਾਂ ਤੋਂ ਦੂਰ ਰਹਿਣਾ, ਵੈਰੀ ਗੁੱਡ। ਗਲਤ ਵਿਚਾਰ ਨਹੀਂ ਆਣੇ, ਵਿਚਾਰ ਚੇਂਜ ਕਰਨੇ, ਵੈਰੀ ਗੁੱਡ। ਕਰੈਕਟਰ ਅੱਛਾ ਹੋਣਾ, ਗੁੱਸਾ ਨਹੀਂ ਕਰਨਾ, ਵੈਰੀ ਗੁੱਡ। ਨਿਮਰਤਾ ਰੱਖਣੀ, ਬਹੁਤ ਵਧੀਆ, ਬਹੁਤ ਵਧੀਆ। ਹੋਰ ਜੀ, ਹੋਰ। ਵਿਕਾਰਾਂ ਤੋਂ ਦੂਰ ਰਹਿਣਾ, ਗੁਣ ਹਾਸਲ ਕਰਨੇ, ਗੁਣ ਧਾਰਨ ਕਰਨੇ, ਅਵਗੁਣ ਛੱਡਨੇ ਤੇ ਗੁਣ ਲਿਆਣੇ, ਸ਼ੁਕਰਾਨਾ ਕਰਨਾ, ਸਭ ਦੀ ਰਿਸਪੈਕਟ ਕਰਨੀ, ਪੋਜ਼ਿਟਿਵ ਥਾਟ ਰੱਖਣੇ, ਚੜ੍ਹਦੀ ਕਲਾ ਰੱਖਣੀ, ਹੈ ਨਾ। ਇਹ ਹੈਗਾ ਮਨ ਨੂੰ ਸੋਹਣਾ ਬਣਾਉਣਾ। ਕਦੇ ਵੀ ਮਨ ਵਿੱਚ ਬਦਲੇ ਦੀ ਭਾਵਨਾ ਨਾ ਰੱਖੀਏ। ਅੱਛਾ ਹਾਂ, ਇੱਕ ਗੱਲ ਕਿਸੇ ਨੇ ਨਹੀਂ ਲਿਖੀ ਜੀ, ਖੱਖੇ ਤੋਂ ਹੁੰਦੀ ਹੈ, ਇੰਗਲਿਸ਼ ਵਿੱਚ ਐਫ ਤੋਂ ਹੁੰਦੀ ਹੈ, ਖੱਖਾ, ਖੱਖੇ ਤੋਂ। ਹਾਂ, ਖਿਮਾ ਕਰਨੀ, ਮਾਫ ਕਰ ਦੇਣਾ। ਮੇਰੇ ਭਰਾ ਨੇ ਕੁਝ ਕਿਹਾ, ਮੈਂ ਮਾਫ ਕਰ ਦਿਆਂ। ਮੇਰੇ ਅੰਕਲ ਨੇ ਕੁਝ ਕਿਹਾ, ਮੈਂ ਮਾਫ ਕਰ ਦਿਆਂ। ਮੇਰੇ ਫਰੈਂਡ ਨੇ ਕੁਝ ਕਿਹਾ, ਮੈਂ ਮਾਫ ਕਰ ਦਿਆਂ, ਹੈ ਨਾ। ਮੈਂ ਕਹਾਂ ਕੋਈ ਗੱਲ ਨਹੀਂ ਯਾਰ, ਫਿਰ ਕੀ ਹੋ ਗਿਆ, ਛੱਡ ਪਰਾਂ, ਫਿਰ ਕੀ ਹੋ ਗਿਆ, ਮੈਂ ਮਾਫ ਕਰ ਦੇ। ਅਸੀਂ ਕੀ ਕਰਦੇ ਹਾਂ? ਅਸੀਂ ਗੁੱਸਾ ਰੱਖਦੇ ਹਾਂ। ਅੱਛਾ, ਇਹਨੇ ਮੈਨੂੰ ਐਵੇਂ ਕਿਹਾ ਸੀ, ਹੁਣ ਮੈਨੂੰ ਮੌਕਾ ਮਿਲੇਗਾ, ਮੈਂ ਇਹਨੂੰ ਐਵੇਂ ਕਵਾਂਗਾ, ਹੈ ਨਾ। ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਬਹੁਤ ਵਧੀਆ ਜੀ, ਉਹੀ ਸੋਹਣੇ ਨੇ। ਪਰ ਜਦੋਂ ਅਸੀਂ ਕਹਿੰਦੇ ਨਾ ਮਨ ਨੂੰ ਸੋਹਣਾ ਬਣਾਉਣਾ, ਫਿਰ ਆਪਾਂ ਇਹਨੂੰ ਲਿਸਟ ਕਰੀਏ। ਮੈਂ ਤੇ ਕਹਾਂਗਾ ਇਹਨੂੰ ਤੁਸੀਂ ਇੱਕ ਵੱਡਾ ਪ੍ਰੋਜੈਕਟ ਬਣਾ ਕੇ ਰੱਖ ਲਓ ਜੀ। ਜੇ ਤੁਹਾਡੇ ਜਿਹੜੇ ਵੀ ਇੰਚਾਰਜ ਅੱਜ ਸੁਣ ਰਹੇ ਹੋ, ਸਾਰੇ ਜਣੇ ਇਹਦੇ ਤੇ ਇੱਕ ਐਸੇ ਲਿਖੋ ਜਾਂ ਪੁਆਇੰਟਸ ਲਿਖੋ। ਚਲੋ ਠੀਕ ਹੈ, ਜਸਪ੍ਰੀਤ ਜੀ ਜੇ ਹੈਗੇ ਹੋ ਤੁਸੀਂ, ਤੇ ਮੈਂ ਬੇਨਤੀ ਕਰਾਂਗਾ ਇਹ ਸਾਰੇ ਜਣੇ ਪੁਆਇੰਟਸ ਲਿਖਣ ਵੀ ਮਨ ਨੂੰ ਸੋਹਣਾ ਬਣਾਉਣ ਦਾ ਕੀ ਮਤਲਬ ਹੈ। ਠੀਕ ਹੈ, ਜਿਹੜਾ ਸਭ ਤੋਂ ਵਧੀਆ ਪੁਆਇੰਟ ਲਿਖੇਗਾ ਨਾ ਜੀ, ਚਲੋ ਉਹਨਾਂ ਨੂੰ ਮੇਰੇ ਵੱਲੋਂ ਪ੍ਰਾਈਜ਼ ਵਾਹਿਗੁਰੂ। ਠੀਕ ਹੈ ਜੀ, ਧੰਨਵਾਦ। ਸਾਰੇ ਜਣੇ ਸੋਚੋ, ਟੇਕ 1 ਵੀਕ, 10 ਡੇਜ਼, 2 ਵੀਕ, 2 ਹਫ਼ਤੇ ਲਗਾ ਲਓ। ਸਭ ਨੂੰ ਪੁੱਛੋ ਵੀ ਮਨ ਨੂੰ ਸੋਹਣਾ ਬਣਾਉਣਾ ਦਾ ਮਤਲਬ ਕੀ ਹੈ।
ਤੇ ਮਨ ਸੋਹਣਾ ਬਣੇਗਾ ਕਿਵੇਂ? ਪੁਆਇੰਟਸ ਲਿਖਣੇ ਨੇ, ਐਸੇ ਨਹੀਂ ਲਿਖਣਾ। ਦੇਖਦੇ ਹਾਂ ਕੌਣ ਨਵੇਂ ਪੁਆਇੰਟ ਲਿਖਦਾ ਹੈ, ਕੌਣ ਵਧੀਆ ਪੁਆਇੰਟ ਲਿਖਦਾ ਹੈ ਨਾ। ਤੇ ਜੇ ਅਸੀਂ ਸਾਡੀ ਹੁਣ ਦੌੜ ਨਾ ਸਮਾਜ ਵਿੱਚ ਤਨ ਨੂੰ ਸੋਹਣਾ ਬਣਾਉਣ ਦੀ ਬਣੀ ਹੋਈ ਹੈ। ਸ਼ੀਸ਼ੇ ਸਾਹਮਣੇ ਜਾ ਕੇ ਦੇਖਦੇ ਹਾਂ, ਮੈਂ ਠੀਕ ਲੱਗ ਰਿਹਾ ਨਾ, ਵਾਰ-ਵਾਰ ਐਵੇਂ ਕਰਦੇ ਰਹਿੰਦੇ ਆ, ਕਈ ਤਾਂ ਬਹੁਤ ਜ਼ਿਆਦਾ ਕਰਦੇ ਨੇ, ਹੈ ਨਾ। ਤਨ ਸੋਹਣਾ ਬਣਾਉਣਾ ਵੀ, ਮੈਂ ਸੋਹਣਾ ਨਜ਼ਰ ਆਵਾਂ। ਤੇ ਜੇ ਸਾਡੀ ਦੌੜ ਬਣ ਜਾਏਗੀ ਨਾ ਮਨ ਸੋਹਣਾ ਬਣਾਉਣਾ, ਆਹਾ, ਤੇ ਜਿਸ ਦਿਨ ਮਨ ਸੋਹਣਾ ਬਣ ਗਿਆ ਨਾ ਬੇਟਾ ਜੀ, ਫਿਰ ਤਨ ਸੋਹਣਾ ਲੱਗੇਗਾ ਹੀ ਲੱਗੇਗਾ। ਫਿਰ ਸਿੱਖਾਂ ਕੇ ਮੁਖ ਉਜਲੇ, ਮੁਖ ਦੇ ਉੱਤੇ ਤੇਜ ਆ ਜਾਏਗਾ, ਪ੍ਰਕਾਸ਼ ਆ ਜਾਏਗਾ, ਰੋਸ਼ਨੀ ਆ ਜਾਏਗੀ, ਖੇੜਾ ਆ ਜਾਏਗਾ। ਹੁਣ ਕੀ ਹੈ, ਸਾਡੇ ਮੁਖ ਉਦਾਸ ਬਣੇ ਪਏ ਨੇ। ਜਿਹਨੂੰ ਪੁੱਛੋ ਕੀ ਹਾਲ ਹੈ, ਕਹਿੰਦੇ ਬਸ ਜੀ ਜਿਹੜਾ ਟਾਈਮ ਲੰਘ ਜਾਏ। ਚਿਹਰੇ ਤੇ ਹਵਾਈਆਂ ਉੱਡੀਆਂ ਹੋਈਆਂ ਨੇ, ਦੁਖੀ ਰਹਿਣ ਲੱਗ ਪਏ ਆ। ਸਭ ਕੁਝ ਹੈਗਾ ਸਾਡੇ ਕੋਲ, ਫਿਰ ਵੀ ਦੁਖੀ ਆ। ਅੱਛਾ, ਇੱਕ ਮੈਂ ਤੁਹਾਨੂੰ ਦੱਸਾਂ, ਅਮੀਰ ਜ਼ਿਆਦਾ ਦੁਖੀ ਜੇ। ਇੱਕ ਸਟੱਡੀ ਹੋਈ ਸੀ, ਕਹਿੰਦੇ ਜੀ ਹੈਪੀਨੈਸ ਦਾ ਤੁਹਾਡੀ ਵੈਲਥ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇੱਕ ਦਿਹਾੜੀਦਾਰ ਕੰਮ ਕਰਨ ਵਾਲਾ, ਉਹਦਾ ਪਰਿਵਾਰ ਜ਼ਿਆਦਾ ਖੁਸ਼ ਰਹਿਣਾ ਹੋ ਸਕਦਾ ਹੈ ਬਜਾਏ ਕਿ ਇੱਕ ਕਰੋੜਾਪਤੀ ਦਾ। ਕਿਉਂ? ਕਿਉਂਕਿ ਉਹ ਦਿਹਾੜੀਦਾਰ ਦਾ ਮਨ ਸੋਹਣਾ ਹੈ। ਉਹ ਦੂਜੇ ਦੀ ਕਾਰ ਸੋਹਣੀ ਹੈ, ਦੂਜੇ ਦਾ ਘਰ ਸੋਹਣਾ ਹੈ, ਦੂਜੇ ਦੇ ਕੱਪੜੇ ਸੋਹਣੇ ਨੇ, ਪਰ ਜਿਹਦਾ ਮਨ ਸੋਹਣਾ ਹੈ ਨਾ, ਮੈਂ ਕਹਿਣਾ ਸ਼ੁਰੂ ਕੀਤਾ, ਅਸਲ ਅਮੀਰ ਉਹ ਹੈ। ਤੇ ਬੇਟਾ ਜੀ ਤੁਸੀਂ ਸਾਰੇ, ਤੁਹਾਨੂੰ ਬੜਾ ਵਧੀਆ ਪਲੇਟਫਾਰਮ ਮਿਲਿਆ। ਇਹ ਜਿੰਨੀਆਂ ਗੱਲਾਂ ਮੈਂ ਕਰ ਰਿਹਾ ਨਾ, ਲਿਖੀ ਜਾਓ ਤੁਸੀਂ, ਤੇ ਲਿਖ ਕੇ ਉਹਨੂੰ ਬਾਰ-ਬਾਰ ਪੜ੍ਹਨਾ ਤੇ ਦੇਖਣਾ ਬੇਟਾ, ਜਦ ਤੁਸੀਂ ਸਾਡੀ ਉਮਰ ਵਿੱਚ ਪਹੁੰਚੋਗੇ ਨਾ, ਤੁਸੀਂ ਬੜੇ ਅਮੀਰ ਬਣ ਜਾਓਗੇ। ਕੀ ਬਣ ਜਾਓਗੇ? ਬੜੇ ਅਮੀਰ ਬਣ ਜਾਓਗੇ। ਅਮੀਰ ਪੈਸੇ ਵਾਲੇ? ਹਾਂ, ਪੈਸੇ ਵਾਲਾ ਅਮੀਰ ਤਾਂ ਛੋਟੀ ਗੱਲ ਹੁੰਦੀ ਹੈ। ਦਿਲ ਦਾ ਅਮੀਰ, ਚੜ੍ਹਦੀ ਕਲਾ ਦੇ ਅਮੀਰ। ਤੇ ਜਿਹੜਾ ਦਿਲ ਦਾ ਅਮੀਰ ਹੋਏਗਾ ਨਾ, ਪੈਸਾ ਤੇ ਉਹਦੇ ਆਲੇ ਦੁਆਲੇ ਹੋਏਗਾ, ਛੋਟੀ ਜਿਹੀ ਚੀਜ਼ ਹੋਏਗੀ ਉਹਦੇ ਵਾਸਤੇ। ਪੈਸਾ ਤੇ ਅਮੀਰੀ ਦਾ ਇੱਕ ਪੱਖ ਹੈ। ਅਸਲ ਅਮੀਰੀ ਹੈ ਚੜ੍ਹਦੀ ਕਲਾ, ਖਿੜਾਓ, ਸਦਾ ਵਿਗਾਸ। ਤੇ ਤੁਸੀਂ ਸਾਰੇ ਬੱਚੇ ਜਿਹੜੇ ਐਡੀ ਸੋਹਣੀ ਹੈ ਸੰਸਥਾ ਤੁਸੀਂ ਸੇਵਾ ਕਰ ਰਹੇ ਹੋ, ਵਾਹਿਗੁਰੂ ਤੁਹਾਡੇ ਤੇ ਬਖਸ਼ਿਸ਼ ਕਰਨ। ਜਿਸ ਬੇਟੀ ਨੇ ਸਵਾਲ ਪੁੱਛਿਆ ਜੀ, ਉਹਨੂੰ ਮੇਰਾ ਫਿਰ ਨਮਸਕਾਰ ਹੈ। ਇਹ ਕਿਉਂ ਨਹੀਂ ਆਉਂਦਾ ਸਾਡੇ ਮਨ ਵਿੱਚ ਸਬਰ ਸੰਤੋਖ? ਕਿਉਂਕਿ ਅਸੀਂ ਬਾਣੀ ਦਿਲ ਲਗਾ ਕੇ ਨਹੀਂ ਪੜ੍ਹਦੇ, ਅਸੀਂ ਬਾਣੀ ਦੀ ਵਿਚਾਰ ਨਹੀਂ ਕਰਦੇ, ਤਾਂ ਕਰਕੇ ਨਹੀਂ ਆਉਂਦਾ। ਤੇ ਜੇ ਸੱਚੀ ਗੱਲ ਹੈ, ਜਿਨ੍ਹਾਂ ਘਰਾਂ 'ਚ ਬਹੁਤ ਬਾਣੀ ਪੜ੍ਹੀ ਜਾਂਦੀ ਹੈ, ਲੜਾਈ ਝਗੜਾ ਰਹਿੰਦਾ, ਅਸਲ 'ਚ ਉਹ ਬਾਣੀ ਪੜ੍ਹਨ ਦਾ ਨਾਟਕ ਹੀ ਹੁੰਦਾ ਹੈ। ਕਈ ਨਾਰਾਜ਼ ਵੀ ਹੋ ਸਕਦੇ ਨੇ ਮੇਰੇ ਨਾਲ, ਪਰ ਮੈਂ ਕਹਾਂਗਾ ਵੀ ਥੋੜੀ ਜਿਹੀ ਹੁਣ ਸਖਤੀ ਕਰਨੀ ਪੈਣੀ ਹੈ। ਅਸੀਂ ਕਹੀਏ ਵੀ ਬਾਣੀ ਪੜ੍ਹ ਕੇ ਸਾਡਾ ਅੰਦਰ ਬਦਲਣਾ ਚਾਹੀਦਾ। ਜੇ ਨਹੀਂ ਬਦਲਿਆ ਤੇ ਫਿਰ ਉਹ ਇੱਕ ਅਸੀਂ ਡਰਾਮਾ ਕੀਤਾ ਹੈ, ਨਾਟਕ ਕੀਤਾ ਹੈ, ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ। ਆਪਣੇ ਮਨ ਨਾਲ ਲੜਾਈ ਕਰੀਏ, ਮਨ ਨੂੰ ਸੋਹਣਾ ਬਣਾਈਏ, ਤਾਂ ਕਿ ਸਾਡੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਆਏ। ਧੰਨਵਾਦ ਬੇਟਾ ਕਮਲਪ੍ਰੀਤ ਕੌਰ ਬਠਿੰਡਾ, ਜਿਨ੍ਹਾਂ ਨੇ ਇੰਨਾ ਪਿਆਰਾ ਸਵਾਲ ਦਿੱਤਾ। ਹਾਂਜੀ, ਹੋਰ ਜੀ, ਨੈਕਸਟ ਜੀ। ਜੋ ਆਕੜ ਜਾਂ ਅਹੰਕਾਰ ਨਾਲ ਗੱਲ ਕਰਨ, ਉਹਨਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਵਾਹ ਜੀ ਵਾਹ, ਰਾਜਵੀਰ ਕੌਰ ਗੁਰਦਾਸਪੁਰ ਤੋਂ। ਜੋ ਆਕੜ ਨਾਲ ਗੱਲ ਕਰਨ, ਉਹਨਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ? ਕਿਵੇਂ ਪੇਸ਼ ਆਉਣਾ ਚਾਹੀਦਾ ਜੀ ਉਹਨਾਂ ਨਾਲ? ਮੈਂ ਤੇ ਕਹਾਂਗਾ ਉਹਨਾਂ ਤੇ ਤਰਸ ਕਰਨਾ ਚਾਹੀਦਾ ਹੈ ਨਾ। ਇਹਨਾਂ ਨੂੰ ਪਤਾ ਹੀ ਨਹੀਂ, ਆਪਣੇ ਆਪ ਨੂੰ ਕਰਤਾ ਸਮਝੀ ਜਾਂਦੇ ਨੇ, ਆਕੜੀ ਜਾਂਦੇ ਨੇ ਵੀ ਮੇਰੇ ਕੋਲ ਬੜਾ ਪੈਸਾ ਆ, ਮੇਰੇ ਕੋਲ ਬੜਾ ਗਿਆਨ ਆ। ਮੈਂ ਬੇਨਤੀ ਕਰਾਂਗਾ, ਜਿਹੜਾ ਕੋਈ ਆਕੜ ਨਾਲ ਪੇਸ਼ ਆਵੇ ਨਾ, ਤੁਸੀਂ ਨਿਮਰਤਾ ਨਾਲ ਪੇਸ਼ ਆਓ। ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਗਰੀਬੀ ਗਦਾ ਹਮਾਰੀ, ਗਰੀਬੀ ਗਦਾ ਹਮਾਰੀ। ਗਦਾ ਜਾਣਦੇ ਹੋ? ਇੱਕ ਤਾਂ ਗੱਦਾ ਹੁੰਦਾ ਹੈ ਲੇਟਣ ਵਾਲਾ, ਉਹ ਨਹੀਂ ਗਦਾ। ਗਦਾ ਕੀ ਹੁੰਦੀ? ਹਨੂਮਾਨ ਜੀ ਦੇ ਹੱਥ 'ਚ ਗਦਾ ਹੁੰਦੀ ਹੈ ਨਾ। ਗਰੀਬੀ ਗਦਾ ਹਮਾਰੀ। ਕੋਈ ਸਾਡੇ ਤੇ ਅਟੈਕ ਕਰੇ ਨਾ, ਅਸੀਂ ਆਪਣੀ ਗਦਾ ਅੱਗੇ ਕਰ ਦਈਏ, ਆਪਣੀ ਨਿਮਰਤਾ ਅੱਗੇ ਕਰ ਦਈਏ, ਉਹ ਸਾਡੇ ਤੇ ਹਮਲਾ ਕਰ ਹੀ ਨਹੀਂ ਸਕੇ। ਖੰਨਾ ਸਗਲ ਰੇਨ ਛਾਰੀ, ਸਾਰਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ, ਇਹ ਸਾਡਾ ਖੰਡਾ ਹੈ ਨਾ। ਆ ਦੇਖੋ ਜੀ, ਗਰੀਬੀ ਗਦਾ ਹਮਾਰੀ, ਸੋਰਠ ਮਹਲਾ ਪੰਜਵਾਂ। ਖੰਨਾ ਸਗਲ ਰੇਨ ਛਾਰੀ, ਰੇਨ ਚਰਨ ਧੂੜ, ਸਾਰਿਆਂ ਦੀ ਚਰਨ ਧੂੜ ਬਣ ਜਾਣਾ ਸਾਡਾ ਖੰਡਾ ਹੈ।
ਤੇ ਪਾਤਸ਼ਾਹ ਕਹਿੰਦੇ ਨੇ ਇਸ ਆਗੇ ਕੋ ਨਾ ਟਿਕੇ ਵਿਕਾਰੀ। ਗੁਰਪੂਰੇ ਇਹ ਗੱਲ ਸਾਰੀ ਗੁਰਪੂਰੇ ਨੇ ਇਹ ਗੱਲ ਸਮਝਾ ਦਿੱਤੀ ਹੈ। ਸੋ ਕੋਈ ਆਕੜ ਨਾਲ ਪੇਸ਼ ਆਵੇ, ਅਸੀਂ ਨਿਮਰਤਾ ਨਾਲ ਪੇਸ਼ ਆਈਏ। ਪਰ ਹੁਣ ਬੇਟਾ ਜੀ ਤੁਹਾਡਾ ਅਗਲਾ ਸਵਾਲ ਆ ਸਕਦਾ ਹੈ, ਕਿੰਨੀ ਕੁ ਵਾਰੀ ਨਿਮਰਤਾ ਨਾਲ ਪੇਸ਼ ਆਈਏ? ਹੁਣ ਮੈਂ ਗਿਣਤੀਆਂ ਤਾਂ ਨਹੀਂ ਕਰਾਂਗਾ ਜੀ 1 2 3, ਪਰ ਕੋਸ਼ਿਸ਼ ਕਰੀਏ ਜਿੰਨਾ ਆ ਸਕੇ। ਹਾਂ, ਕਿਤੇ ਕਿਤੇ ਜੇ ਤੁਹਾਨੂੰ ਲੱਗੇ ਵੀ ਸਾਡੀ ਨਿਮਰਤਾ ਦਾ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ ਨਾ, ਫਿਰ ਤੁਹਾਨੂੰ ਥੋੜੀਆਂ ਜਿਹੀਆਂ ਅੱਖਾਂ ਵੀ ਦਿਖਾ ਦੇਣੀਆਂ ਚਾਹੀਦੀਆਂ ਨੇ। ਇਹ ਡਿਪੈਂਡ ਕਰੇਗਾ ਮੌਕੇ ਤੇ, ਹੈ ਨਾ। ਜਬੈ ਬਾਣ ਲਾਗਿਓ ਤਬੈ ਰੂਸ ਜਾਗਿਓ। ਅਸੀਂ ਪਹਿਲੀ ਵਾਰੀ ਖਿਮਾ ਕਰਦੇ ਹਾਂ, ਦੂਜੀ ਵਾਰੀ ਖਿਮਾ ਕਰਦੇ ਹਾਂ, ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜੇ ਕੋਈ ਜ਼ਾਲਮ ਨਾ ਰੁਕੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ। ਹਾਂ ਬੇਟਾ ਜੀ ਇਹ ਕੱਢ ਕੇ ਦਿਖਾਓ ਜੀ, ਇਹ ਸਾਰਿਆਂ ਨੂੰ ਲਿਖਾਣਾ ਬੜਾ ਜ਼ਰੂਰੀ ਹੈ ਜੀ। ਇਹ ਜ਼ਫਰਨਾਮੇ ਦੇ ਵਿੱਚ ਆਉਂਦਾ। ਜਿਸ 10ਵੀਂ ਦੇ ਬੱਚੇ ਨੇ ਇਹ ਸਵਾਲ ਪੁੱਛਿਆ ਜੀ, ਔਰ ਗੁਰੂ ਸਾਹਿਬ ਨੇ ਇਹਦਾ ਜਵਾਬ ਦਿੱਤਾ ਹੋਇਆ ਜ਼ਫਰਨਾਮੇ ਵਿੱਚ। ਕਹਿੰਦੇ ਨੇ ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ हलाल अस्त बुरदन बशमशीर दस्त। शमशीर दस्त, दस्त मैंने हथ, शमशीर मैंने किरपान। पातशाह कहते ने जदों सारे हीले फेल हो जान उस वेले शमशीर नूं हथ पानी ये ठीक है। when all other methods fail it is proper to hold the sword in hand। गुरु गोबिंद सिंह जी ने ਜਿਹੜੀਆਂ ਜੰਗਾਂ ਲੜੀਆਂ ਕੋਈ ਪੈਸਾ ਜਾਂ ਜ਼ਮੀਨ ਲੈਣ ਵਾਸਤੇ ਨਹੀਂ ਸੀ ਲੜੀਆਂ। ਉਹ ਤਾਂ ਮਨਾ ਹੀ ਕਰਦੇ ਰਹੇ ਵੀ ਨਾ ਭਾਈ ਨਾ ਕਰੋ, ਪਰ ਉਹ ਮੁਗਲ ਆਕੜ ਵਿੱਚ ਆਏ ਹੋਏ ਸੀ, ਹੰਕਾਰ ਵਿੱਚ ਆਏ ਹੋਏ ਸੀ। ਬਾਰ-ਬਾਰ ਗੱਲਾਂ ਕਰਕੇ ਝੂਠੀਆਂ ਕਸਮਾਂ ਚੁੱਕ ਕੇ ਉਹ ਮੁੱਕਰ ਜਾਂਦੇ ਸੀ। ਗੁਰੂ ਸਾਹਿਬ ਨੇ ਕਿਹਾ ਵੀ ਹੈ ਫਿਰ ਖੰਡਾ ਚੁੱਕਣਾ ਜਾਇਜ਼ ਹੈ। ਜੇ ਉਹ ਨਾ ਚੁੱਕਦੇ ਨਾ ਬੇਟਾ, ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ 400 ਸਾਲਾ ਮਨਾ ਰਹੇ ਹਾਂ। ਇੱਕ ਮਿੰਟ ਸੋਚ ਕੇ ਦੇਖੋ, ਵੈਸੇ ਤੇ ਗਲਤ ਗੱਲ ਹੈ ਇਹੋ ਜਿਹਾ ਸੋਚਣਾ, ਗਲਤ ਤਾਂ ਨਹੀਂ, ਪਰ ਅਸੀਂ ਇਮੈਜਿਨ ਹੀ ਨਹੀਂ ਕਦੇ ਕੀਤਾ ਵੀ ਜੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਤ ਨਾ ਦਿੰਦੇ, ਇਮੈਜਿਨ ਇੰਡੀਆ ਕਿਵੇਂ ਦਾ ਹੋਣਾ ਸੀ। ਕੈਨ ਯੂ ਇਮੈਜਿਨ? ਫਿਰ ਇੱਥੇ ਸਾਰੇ ਮੁਗਲਾਂ ਦੇ ਹੀ ਹੋਣੇ ਸੀ, ਕੋਈ ਮੰਦਿਰ ਨਹੀਂ ਹੋਣਾ ਸੀ, ਕੋਈ ਟਲ ਨਹੀਂ ਖੜਕਣੇ ਸੀ, ਕੋਈ ਤਿਲਕ ਨਹੀਂ ਨਜ਼ਰ ਆਣਾ ਸੀ, ਕੋਈ ਜੰਜੂ ਨਜ਼ਰ ਨਹੀਂ ਆਣਾ ਸੀ। ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਮੁਗਲਾਂ ਦੀ ਉਹ ਜਿਹੜੀ ਹਨੇਰੀ ਚਲਾਈ ਹੋਈ ਸੀ ਜ਼ੁਲਮ ਦੀ, ਉਹਨੂੰ ਰੋਕ ਦਿੱਤਾ, ਉਹਨੂੰ ਠੱਲ ਪਾ ਦਿੱਤੀ, ਉਹਨੂੰ ਬ੍ਰੇਕਾਂ ਲਾ ਦਿੱਤੀਆਂ। ਪਰ ਫਿਰ ਵੀ ਜੇ ਨਹੀਂ ਹਟੇ ਤੇ 10ਵੇਂ ਪਾਤਸ਼ਾਹ ਨੇ ਫਿਰ ਖਾਲਸਾ ਸਾਜਿਆ। ਔਰ ਜਦੋਂ ਕਿਹਾ ਸੀ ਨਾ ਗੁਰੂ ਸਾਹਿਬ ਨੇ ਇਹ ਮੁਗਲ ਹਕੂਮਤ ਦੀ ਜੜ ਪੁੱਟ ਦਿੱਤੀ, ਇਹ ਛੋਟੇ ਛੋਟੇ ਬੱਚਿਆਂ ਤੇ ਇਹਨਾਂ ਨੇ ਅਤਿਆਚਾਰ ਕੀਤਾ। ਸੋ ਬੇਟਾ ਜੀ ਅਸੀਂ ਬਹੁਤ ਵੱਡੇ ਮਹਾਨ ਵਿਰਸੇ ਦੇ ਮਾਲਕ ਹਾਂ। ਮੈਂ ਕਈ ਵਾਰੀ ਸਾਰਿਆਂ ਨੂੰ ਕਹਿੰਦਾ ਹੁੰਦਾ, ਤੁਹਾਨੂੰ ਵੀ ਦੱਸ ਦਿਆਂ, ਕਹਿ ਦਿਆਂ ਜੀ, ਦੱਸਾਂ ਇੱਕ ਬੜੀ ਹੋਰ ਕਮਾਲ ਦੀ ਕੈਚ ਦਿਆਂ ਜੀ। ਕੋਈ ਕਹਿੰਦਾ ਹੀ ਨਹੀਂ ਪਿਆ ਦਿਓ, ਰਹਿਣ ਦਿੰਦੇ ਆ, ਨਹੀਂ ਦਿੰਦੇ ਜੀ, ਦਈਏ। ਚਲੋ ਸਾਰੇ ਜਣੇ ਇਹ ਕੈਚ ਕਰੋ, ਆਪਣੇ ਆਪ ਨੂੰ ਜਦੋਂ ਮੁਸ਼ਕਿਲ ਆਵੇ, ਘਬਰਾਹਟ ਆਵੇ, ਔਖਾ ਲੱਗੇ ਜ਼ਿੰਦਗੀ, ਇਹ ਕਿਆ ਕਰੋ, ਆਈ ਐਮ ਸਨ ਆਫ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਹਾਂ। ਆਈ ਐਮ ਡਾਟਰ ਆਫ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੱਚੀ ਹਾਂ। The moment you feel it, मैं एक मिनट ਲਈ महसूस करा मेरे पापा गुरु गोबिंद सिंह जी ने, फिर की होएगा, मेरे अंदर चढ़ती कला आ जाएगी। मैं बिल्कुल नहीं घबरावांगा, मैं बिल्कुल गलत पासे नहीं जावांगा। मैं ते गुरु गोबिंद सिंह जी दा मुंडा वां, उन्हां दा साहिबजादा वां। एक बेटी ना दिल्ली पढ़न गई, उन्हां दिनां च दिल्ली दे हालात बड़े खराब सी। ਉਹਦੇ ਪਾਪਾ ਨੇ ਉਹਨੂੰ ਕਿਹਾ ਕਿ ਬੇਟੀ ਤੂੰ ਘਬਰਾਇਆ ਨਾ ਕਰ, ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਹੈ, ਹਰ ਵੇਲੇ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਹੁੰਦੇ ਨੇ। ਲਓ ਜੀ ਉਸ ਬੱਚੀ ਦੇ ਮਨ 'ਚ ਗੱਲ ਵਸ ਗਈ ਕਿ ਆਈ ਐਮ ਨਾਟ ਅਲੋਨ, ਮਾਈ ਗੁਰੂ ਇਜ਼ ਵਿਦ ਮੀ।
ਜੇ ਬੇਟਾ ਜੀ ਅਸੀਂ ਸੱਚੀ ਮੁੱਚੀ ਸਾਰੇ ਜਣੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਉਹਦੀ ਰਹਿਤ ਮਰਿਆਦਾ ਤੇ ਚੱਲਾਂਗੇ, ਉਹਦਾ ਨਾਮ ਸਿਮਰਨ ਕਰਾਂਗੇ, ਸਾਡੇ ਅੰਦਰ ਇਹ ਆਤਮ ਬਲ ਆ ਜਾਏਗਾ। ਤੇ ਬੇਟਾ ਜੀ ਜਦੋਂ ਆਤਮ ਬਲ ਆਪਣੇ ਅੰਦਰ ਇਹ ਆਏਗਾ, ਫਿਰ ਜਿਹੜਾ ਕੋਈ ਆਕੜ ਕਰੇਗਾ ਨਾ ਤੁਹਾਡੇ ਨਾਲ, ਤੁਸੀਂ ਇੱਕ ਦੋ ਵਾਰੀ ਝੁਕੋਗੇ, ਪਹਿਲੇ ਗੱਲ ਤੇ ਤੁਹਾਡੇ ਝੁਕਣ ਨਾਲ ਹੀ ਉਹ ਘਬਰਾ ਜਾਏਗਾ। ਹਾਂ, ਇੱਕ ਹੋਰ ਫਰਮਾਨ ਆਉਂਦਾ, ਮੈਨੂੰ ਯਾਦ ਨਹੀਂ ਕਿਹੜੇ ਪਾਤਸ਼ਾਹ ਦਾ ਜਾਂ ਭਗਤ ਸਾਹਿਬਾਨ ਦਾ ਹੈ, ਕਹਿੰਦੇ ਜੀ ਹਾਂ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਸ਼ਾਇਦ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ, ਤਾਣ ਹੁੰਦੇ ਹੋਏ ਨਿਤਾਣਾ। ਤੁਹਾਡੇ ਕੋਲ ਤਾਣ ਹੈਗੀ ਹੈ, ਬੜੀ ਤਾਕਤ ਹੈ, ਪਰ ਤੁਸੀਂ ਨਿਮਰਤਾ ਨਾਲ ਫਿਰ ਵੀ ਪੇਸ਼ ਆ ਰਹੇ ਹੋ, ਹੈ ਨਾ। ਤੁਸੀਂ ਅਗਲੇ ਨੂੰ ਮਸਲ ਕੇ ਰੱਖ ਸਕਦੇ ਹੋ, ਫਿਰ ਵੀ ਤੁਸੀਂ ਉਹਨੂੰ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ। ਮਤ ਹੁੰਦੀ ਹੋਏ ਇਆਣਾ, ਵਾਹ ਜੀ ਵਾਹ, ਮਤ ਹੁੰਦੀ ਹੋਏ ਇਆਣਾ। ਮਤ ਹੈਗੀ ਹੈ ਪਰ ਇਆਣੇ ਬਣ ਰਹੇ ਆ, ਤਾਣ ਹੈਗੇ ਪਰ ਨਿਤਾਣੇ ਬਣ ਰਹੇ ਆ। ਸੋ ਜਦੋਂ ਕੋਈ ਆਕੜ ਕਰੇ ਤੇ ਉਹਦੇ ਨਾਲ ਨਿਮਰਤਾ ਵਾਲਾ ਪੇਸ਼ ਕਰੋ, ਬਟ ਆਪਣੇ ਕੋਲ ਤਾਕਤ ਜ਼ਰੂਰ ਰੱਖਣੀ ਤੇ ਉਹਦੀ ਆਕੜ, ਉਹਦੀ ਜਿਹੜਾ ਹੰਕਾਰ ਹੈ, ਉਹ ਇੱਕ ਸੀਮਾ ਤੱਕ ਬਰਦਾਸ਼ਤ ਕਰਨਾ ਹੈ, ਉਸ ਤੋਂ ਵੱਧ ਨਹੀਂ ਬਰਦਾਸ਼ਤ ਕਰਨਾ। ਇਹ ਤੁਹਾਨੂੰ ਹੌਲੀ ਹੌਲੀ ਆਪਣੇ ਜੀਵਨ 'ਚ ਚਲਦਿਆਂ ਇਹ ਸਮਝ ਆ ਜਾਏਗੀ। ਮੇਰੇ ਖਿਆਲ ਨਾਲ ਇਸ ਬੱਚੇ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਜੀ। ਵਾਹਿਗੁਰੂ ਜੀ। ਵਾਹ ਜੀ ਵਾਹ, ਅਗਲਾ ਸਵਾਲ ਤੇ ਬੜਾ ਔਖਾ ਹੈ ਜੀ। ਵਾਹਿਗੁਰੂ, ਕਿ ਤੁਸੀਂ ਮੈਨੂੰ ਬੜੇ ਔਖੇ ਸਵਾਲ ਦਿੰਦੇ ਹੋ, ਤੁਹਾਨੂੰ ਵੀ ਵਾਹਿਗੁਰੂ ਜੀ ਔਖੇ ਸਵਾਲ ਪਾਣਗੇ। ਮੈਨੂੰ ਸੌਖੇ ਸਵਾਲ ਤਾਂ ਇੱਕ ਵੀ ਨਹੀਂ ਆਇਆ ਹਾਲੀ ਤੱਕ ਹੈ। ਬੜੇ ਕਮਾਲ ਦੇ ਬੱਚੇ ਹੋ। 10ਵੀਂ ਕਲਾਸ ਦੇ ਬੱਚੇ ਸੁਖਮਨਪ੍ਰੀਤ ਕੌਰ ਕਹਿੰਦੇ ਜੇ ਗੁੱਸਾ ਆਏ ਤਾਂ ਕੀ ਕਰੀਏ? ਦੱਸੋ ਜੀ, ਕੋਈ ਹਿੰਟ ਦੇ ਦਿਓ, ਕੋਈ ਤੁਹਾਡੇ ਵਿੱਚੋਂ ਚੈਟ ਦੇ ਵਿੱਚ ਮੈਨੂੰ ਹਿੰਟ ਦੇ ਦਿਓ, ਮੈਂ ਉਹ ਜਵਾਬ ਦੇ ਦਾਂਗਾ। ਗੁੱਸਾ ਆਏ ਤਾਂ ਕੀ ਕਰੀਏ? ਵੈਸੇ ਤੇ ਜਦੋਂ ਗੁੱਸਾ ਆਏ ਬੰਦੇ ਦੇ ਅੰਦਰ ਸਮਝ ਹੀ ਨਹੀਂ ਹੁੰਦੀ ਮੈਂ ਕੀ ਕਰਨਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰਦਾ ਪਿਆ ਹਾਂ, ਹੈ ਨਾ। ਆਪਣਾ ਹੀ ਨੁਕਸਾਨ ਕਰਦਾ ਹੈ ਗੁੱਸੇ ਦੇ ਵਿੱਚ। ਪਰ ਸਿਆਣੀ ਗੱਲ ਹੈ ਬੇਟਾ, ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਅੱਛਾ ਤੁਸੀਂ ਜਵਾਬ ਦੇ ਰਹੇ ਹੋ ਜੀ। ਸਿਮਰਨ ਕਰੀਏ, ਕਿਸੇ ਸ਼ਬਦ ਦਾ ਜਾਪ ਸ਼ੁਰੂ ਕਰ ਦਈਏ, ਮੂਲ ਮੰਤਰ ਵਾਹਿਗੁਰੂ ਵਾਹਿਗੁਰੂ ਪੜ੍ਹਨਾ ਸ਼ੁਰੂ ਕਰ ਦਈਏ, ਚੁੱਪ ਹੋ ਜਾਈਏ। ਕਈ ਕਹਿੰਦੇ ਜੀ ਪਾਣੀ ਪੀ ਲਈਏ, ਕਈ ਕਹਿੰਦੇ ਜੀ ਪੁੱਠੀ ਗਿਣਤੀ ਸ਼ੁਰੂ ਕਰ ਦਈਏ, ਹੈ ਨਾ। ਪੇਸ਼ੈਂਸ ਰੱਖਣਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ। ਚਲੋ, ਹੁਕਮਨਾਮਾ ਬਹੁਤ ਵਧੀਆ ਜੀ। ਮੈਂ ਇੱਕ ਬੇਨਤੀ ਕਰਾਂ ਬੇਟਾ ਜੀ, ਤੁਹਾਡੇ ਸਾਰਿਆਂ ਦੇ ਜਵਾਬ ਠੀਕ ਨੇ, ਬਹੁਤ ਧੰਨਵਾਦ ਜੀ, ਤੁਸੀਂ ਮੇਰੀ ਹੈਲਪ ਕੀਤੀ, ਮੈਨੂੰ ਪਰਚੀ ਭੇਜ ਦਿੱਤੀ ਹੈ ਸਵਾਲ ਦਾ ਜਵਾਬ ਦੇਣ ਵਾਸਤੇ। ਪਹਿਲੀ ਗੱਲ ਬੇਟਾ, ਅੱਜ ਦਾ ਇਹ ਸੈਸ਼ਨ ਲਗਾਉਣ ਤੋਂ ਬਾਅਦ ਜਾਂ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਸੋਚੋ ਵੀ ਸਾਨੂੰ ਗੁੱਸਾ ਨਹੀਂ ਆਏਗਾ, ਤੇ ਇਹ ਗਲਤ ਗੱਲ। ਇਹ ਇੱਕ ਹਿਊਮਨ ਵੀਕਨੈਸ ਹੈ, ਮਨੁੱਖੀ ਕਮਜ਼ੋਰੀ ਹੈ, ਸਾਨੂੰ ਸਾਰਿਆਂ ਨੂੰ ਆਉਂਦਾ ਹੈ। ਹਾਂ, ਮੈਨੂੰ 20 ਸਾਲ ਪਹਿਲਾਂ ਜਿੰਨਾ ਜ਼ਿਆਦਾ ਤੇ ਜਿੰਨੀ ਦਿਨ ਤੇ ਜਿੰਨੀ ਜ਼ਿਆਦਾ ਵਾਰੀ ਆਉਂਦਾ ਸੀ, ਹੁਣ ਮੇਰਾ ਥੋੜਾ ਜਿਹਾ ਘਟ ਗਿਆ। ਵਾਹਿਗੁਰੂ ਦੀ ਬਖਸ਼ਿਸ਼ ਰਹੀ, ਹੌਲੀ ਹੌਲੀ ਹੋਰ ਘਟੇਗਾ, ਪਰ ਆਂਦਾ ਰਹੇਗਾ। ਅਸੀਂ ਅਰਦਾਸ ਕਰਦੇ ਰਹੀਏ, ਉਦਮ ਕਰਦੇ ਰਹੀਏ, ਫਿਰ ਇਹ ਘਟਣਾ ਸ਼ੁਰੂ ਹੋ ਜਾਏਗਾ। ਜਿੰਨਾ ਸਾਡਾ ਬਾਣੀ ਨਾਲ ਪ੍ਰੇਮ ਬਣੇਗਾ, ਬਾਣੀ ਦੀ ਵਿਚਾਰ ਚੱਲੇਗੀ, ਇਹ ਅਵਗੁਣ ਹੈ, ਇੱਕ ਵਿਕਾਰ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਕਾਇਆ ਨੂੰ ਗਾਲ ਦਿੰਦਾ ਹੈ ਗੁੱਸਾ। ਮੈਂ ਇੱਕ ਬੇਨਤੀ ਕਰਾਂ, ਜੇ ਗੁੱਸਾ ਆਵੇ ਨਾ, ਦੋ ਗੱਲਾਂ ਨੇ, ਇੱਕ ਹੁੰਦਾ ਗੁੱਸਾ ਆਣਾ, ਇੱਕ ਹੁੰਦਾ ਗੁੱਸਾ ਹੰਡਾਣਾ। ਹੰਡਾਣਾ ਮਤਲਬ ਕੀ ਹੋਇਆ? ਗੁੱਸਾ ਰੱਖਣਾ। ਹੁਣ ਸਪੋਜ਼ ਕਰੋ ਮੈਨੂੰ ਇੱਕਦਮ ਬੜਾ ਗੁੱਸਾ ਚੜਿਆ, ਮੈਂ 2 ਮਿੰਟ 'ਚ ਹੀ ਨਾਰਮਲ ਹੋ ਗਿਆ, ਹੈ ਨਾ। ਇਹ ਠੀਕ ਹੈ ਕਿ ਮੈਨੂੰ ਗੁੱਸਾ ਚੜਿਆ ਤੇ ਮੈਂ ਰਾਤ ਤੱਕ ਗੁੱਸੇ 'ਚ, ਕੱਲ ਸਵੇਰੇ ਵੀ ਗੁੱਸੇ 'ਚ, ਮੈਂ ਸੁੱਤਾ ਵੀ ਗੁੱਸੇ 'ਚ, ਸਵੇਰੇ ਵੀ ਉੱਠਿਆ ਫਿਰ ਗੁੱਸੇ 'ਚ, ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਪਹਿਲੀ ਗੱਲ ਤੇ ਆਣਾ ਹੀ ਨਹੀਂ ਚਾਹੀਦਾ, ਪਰ ਜੇ ਆ ਗਿਆ ਤੇ ਨਾਲ ਹੀ ਤੁਸੀਂ 2 ਮਿੰਟ ਬਾਅਦ ਹੀ ਰਿਅਲਾਈਜ਼ ਕਰ ਲਿਆ ਵੀ ਮੈਂ ਗਲਤ ਹਾਂ, ਮਾਫੀ ਮੰਗ ਲਈ, ਜਾਂ ਆਪਣੇ ਮਨ ਨੂੰ ਸਮਝਾ ਦਿੱਤਾ, ਜਾਂ ਫਿਰ ਪ੍ਰਣ ਕੀਤਾ ਵੀ ਮੈਂ ਹੁਣ ਗੁੱਸਾ ਨਹੀਂ ਕਰਾਂਗਾ।
ਮੈਨੂੰ ਇੱਕ ਸੱਜਣ ਬੜੇ ਬਜ਼ੁਰਗ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਮੈਨੂੰ ਜਦੋਂ ਵੀ ਕੋਈ ਘਬਰਾਹਟ ਹੁੰਦੀ ਹੈ ਜਾਂ ਗੁੱਸਾ ਚੜਦਾ ਹੈ ਨਾ, ਮੈਂ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ, ਕੋਈ ਕਹਿੰਦਾ ਮੈਂ ਗੁਰੂ ਦਾ ਪਾਠ ਸ਼ੁਰੂ ਕਰ ਦਿੱਤਾ। ਬਾਣੀ ਪੜ੍ਹਨੀ ਜਿਹੜੀ ਹੈ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਦਵਾਈ ਹੈ। ਜਿਵੇਂ ਆਪਾਂ ਕਹਿੰਦੇ ਸਿਰ ਦਰਦ ਹੋ ਰਿਹਾ ਤੇ ਇਹ ਗੋਲੀ ਖਾ ਲਓ, ਦਵਾਈਆਂ ਰੱਖਦੇ ਆ ਨਾ ਆਪਣੇ, ਗੁਰਬਾਣੀ ਵੀ ਦਵਾਈ ਹੈ। ਜਿਹੜਾ ਮਰਜੀ ਸ਼ਬਦ ਪੜ੍ਹ ਲਈਏ, ਇਹ ਸਾਡੇ ਮਨ ਨੂੰ ਸ਼ਾਂਤੀ ਦੇਗਾ, ਸਾਡੇ ਮਨ ਨੂੰ ਆਨੰਦ ਦੇਗਾ। ਉਹ ਕਈਆਂ ਦੇ ਹੱਥ ਖੜੇ ਹੋਏ ਨੇ ਜੀ। ਇਹ ਜੇ ਟਾਈਮ ਹੈਗਾ ਜੀ ਤੇ ਇਹਨਾਂ ਦੀ ਗੱਲਾਂ ਸੁਣ ਲਈਏ ਜੀ। ਇਹ ਕੁਝ ਕਹਿਣਾ ਚਾਹੁੰਦੇ ਨੇ? ਮੈਂ ਧਿਆਨ ਨਹੀਂ ਕੀਤਾ ਜੀ। ਮਿੰਟ ਦਾ ਸਮਾਂ ਹੈਗਾ। ਸਮਾਂ ਹੈਗਾ ਜੀ? ਹਾਂਜੀ 5 ਮਿੰਟ ਹੈਗੇ ਨੇ ਜੀ। ਇਹ ਕੁਝ ਬੱਚਿਆਂ ਦੇ ਹੈਂਡ ਰੇਜ਼ ਨੇ, ਇਹਨਾਂ ਦੀ ਗੱਲ ਲੈ ਲਈ ਆਪਾਂ, ਇਹਨਾਂ ਨੂੰ ਦੇ ਦਿਓ ਮੌਕਾ ਜੀ। ਜੀ ਵੀਰ ਜੀ ਜ਼ਰੂਰ। ਹਾਂਜੀ ਵੀਰ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਬੜੀ ਵਧੀਆ ਸਿੱਖਿਆ ਦਿੱਤੀ ਹੈ। ਸਰ ਮੇਰਾ ਇੱਕ ਕੁਐਸਚਨ ਸੀ ਕਿ ਜਦੋਂ ਆਪਾਂ ਨੂੰ ਗੁੱਸਾ ਹੁੰਦਾ ਆਪਾਂ ਕੀ ਕਰਨਾ ਹੈ? ਹਾਂ, ਇਹ ਤੁਹਾਡਾ ਸਵਾਲ ਸੀਗਾ। ਹਾਂ, ਗੁੱਸਾ ਆਏ ਤੇ ਅਰਦਾਸ ਕਰਨੀ ਹੈ, ਗੁੱਸਾ ਆਏ ਤੇ ਚੁੱਪ ਰਹਿਣਾ ਹੈ, ਗੁੱਸਾ ਆਏ ਤੇ ਬਾਣੀ ਪੜ੍ਹਨੀ ਹੈ। ਠੀਕ ਹੈ ਜੀ, ਹੈ ਕੋਸ਼ਿਸ਼ ਕਰਨੀ ਹੈ ਤੇ ਅਰਦਾਸ ਕਰਨੀ ਹੈ। ਫਿਰ ਅਗਲੀ ਵਾਰੀ ਗੁੱਸਾ ਘੱਟ ਆਵੇ, ਗੁੱਸਾ ਨਾ ਆਵੇ, ਪਰ ਇਹ ਹੌਲੀ ਹੌਲੀ ਘਟੇਗਾ ਬੇਟਾ, ਇਹ ਪੱਕੀ ਗੱਲ ਜੀ। ਇਹ ਡਰਾਮੈਟਿਕਲੀ ਇੱਕਦਮ ਡਾਊਨ ਨਹੀਂ ਆਉਂਦਾ, ਬਿਲਕੁਲ ਹਲਕਾ ਜਿਹਾ ਆਉਂਦਾ, ਹੋਰ ਹਲਕਾ ਆਉਂਦਾ, ਹੋਰ ਹਲਕਾ ਆਉਂਦਾ। ਪਹਿਲਾਂ ਮੈਂ ਹਫ਼ਤੇ 'ਚ 4 ਵਾਰੀ ਗੁੱਸਾ ਕਰਦਾ ਸੀ, 5 ਵਾਰੀ ਗੁੱਸਾ ਕਰਦਾ ਸੀ, ਫਿਰ ਹੌਲੀ ਹੌਲੀ 3 ਵਾਰੀ ਕਰਨ ਲੱਗ ਗਿਆ, ਹੌਲੀ ਹੌਲੀ 2 ਵਾਰੀ ਕਰਨ ਲੱਗ ਗਿਆ। ਪਹਿਲਾਂ ਮੈਂ ਬਹੁਤ ਜ਼ਿਆਦਾ ਕਰਦਾ ਸੀ, ਫਿਰ ਮੈਂ ਥੋੜਾ ਜਿਹਾ ਘਟ ਗਿਆ, ਫਿਰ ਹੋਰ ਘਟ ਗਿਆ, ਫਿਰ ਹੋਰ ਘਟ ਗਿਆ। ਪਹਿਲਾਂ ਮੈਂ ਬੜੀ ਦੇਰ ਗੁੱਸੇ 'ਚ ਰਹਿੰਦਾ ਸੀ। ਇਹਦਾ ਤਰੀਕਾ ਇਹ ਆ ਵੀ ਆਪਾਂ ਲੱਗੇ ਰਹੀਏ, ਅਰਦਾਸ ਵੀ ਕਰੀਏ ਤੇ ਵਾਹਿਗੁਰੂ ਜੀ ਤੇ ਵੈਸੇ ਅਚਾਨਕ ਹੀ ਸੁਤੇ ਸਿੱਧੀ ਬਖਸ਼ਿਸ਼ ਕਰ ਸਕਦੇ ਨੇ ਕਿ ਕਿਸੇ ਦਾ ਗੁੱਸਾ ਬਿਲਕੁਲ ਹੀ ਖਤਮ ਕਰ ਦੇ, ਹੈ ਨਾ। ਬਟ ਇਹ ਸਾਡੀ ਵੀਕਨੈਸ ਹੈ, ਵੀਕਨੈਸ ਹੈ, ਇਹਨੂੰ ਸਮਾਂ ਲੱਗਦਾ ਹੈ। ਯਤਨ ਕਰਦੇ ਰਹੀਏ, ਮਨ ਨੂੰ ਸਮਝਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਸਰ ਅੰਕਲ ਜੀ ਮੇਰਾ ਇਹ ਕੁਐਸਚਨ ਸੀਗਾ ਕਿ ਆਪਾਂ ਸੋਸ਼ਲ ਮੀਡੀਆ ਤੋਂ ਦੂਰ ਕਿਵੇਂ ਰਹਿ ਸਕਦੇ ਹਾਂਗੇ? ਚਲੋ ਬੇਟਾ, ਇਹ ਇੱਕ ਵੱਡਾ ਸਵਾਲ ਹੈ, ਇਹਨੂੰ ਆਪਾਂ ਫਿਰ ਕਿਸੇ ਦਿਨ ਰੱਖ ਲਈਏ ਬੇਟਾ ਜੀ। ਪਹਿਲੀ ਗੱਲ, ਜੇ ਤੁਸੀਂ ਆਪਣੇ ਟਾਈਮ ਟੇਬਲ ਬਣਾਇਆ ਹੋਏ ਨਾ, ਦਿਨ ਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਟਾਈਮ ਟੇਬਲ ਬਣਾ ਲਓ ਵੀ ਮੈਂ ਦੁਪਹਿਰੇ 11 ਤੋਂ 11:15 ਦੇਖਣਾ ਹੈ, ਸ਼ਾਮੀ 5 ਤੋਂ 5:15 ਦੇਖਣਾ ਹੈ, ਰਾਤੀ 8 ਤੋਂ 8:15 ਦੇਖਣਾ। ਠੀਕ ਹੈ ਨਾ, ਸੋਸ਼ਲ ਮੀਡੀਆ ਦਾ ਟਾਈਮ ਟੇਬਲ ਬਣਾ ਦਿਓ, ਫਿਰ ਘਟ ਜਾਏਗਾ। ਪਰ ਜੇ ਤੁਹਾਡੇ ਕੋਲ ਜਿਹੜੇ ਵਧੀਆ ਕੰਮ ਕਰਨ ਨੂੰ ਹੋਣਗੇ ਨਾ, ਆਪਣੇ ਆਪ ਇੱਧਰ ਟਾਈਮ ਘੱਟ ਲੱਗੇਗਾ। ਆਪਣੇ ਆਪ ਨੂੰ ਵਿਹਲੇ ਨਾ ਰੱਖੋ। ਹਾਂ, ਇਹ ਗੱਲ ਲਿਖ ਲਓ ਜੀ, ਆਪਣੇ ਆਪ ਨੂੰ ਵਿਹਲੇ ਨਾ ਰੱਖੋ। ਜਿੰਨੇ ਤੁਸੀਂ ਬਿਜ਼ੀ ਹੋਵੋਗੇ, ਓਨੇ ਵਿਕਾਰਾਂ ਤੋਂ ਵੀ ਬਚੋਗੇ ਤੇ ਓਨੇ ਸੋਸ਼ਲ ਮੀਡੀਆ ਤੋਂ ਵੀ ਬਚੋਗੇ। ਬਾਕੀ ਇਹਦੇ ਬਾਰੇ ਅਸੀਂ ਹੋਰ ਵਿਸਤਾਰ 'ਚ ਵੀ ਗੱਲ ਕਰਾਂਗੇ ਫਿਰ ਕਿਸੇ। ਹਾਂਜੀ, ਧੰਨਵਾਦ। ਕਿਤੇ ਨੇ ਇਹਨਾਂ ਬਾਰੇ ਜੇ ਕਿਸੇ ਨੇ ਕੁਝ ਗੱਲ ਕਰਨੀ ਹੋਵੇ, ਨਹੀਂ ਤੇ ਫਿਰ ਅਸੀਂ ਅਗਲਾ ਸਵਾਲ ਲੈ ਲੈਂਦੇ ਹਾਂ। ਹਾਂਜੀ ਵੀਰ ਜੀ ਸਮਾਂ ਜਿਸ ਤਰ੍ਹਾਂ ਆਪਣੇ ਕੋਲ ਥੋੜਾ ਰਹਿ ਗਿਆ, ਸਵਾਲ ਹਜੇ ਬਹੁਤ ਜ਼ਿਆਦਾ ਪਏ ਨੇ, ਸੋ ਆਪਾਂ ਇੱਕ ਲਾਸਟ ਸਵਾਲ ਲੈ ਲੈਂਦੇ ਹਾਂ, ਜੋ ਕਿ ਜਿਵੇਂ ਇੱਕ ਸਟੂਡੈਂਟ ਦਾ ਕੁਐਸਚਨ ਆਇਆ ਸੀ ਕਿ ਜੇਕਰ ਅਸੀਂ, ਜਿੱਦਾਂ ਬਹੁਤ ਸਾਰੇ ਬੱਚੇ ਨਾ ਕੈਂਪ ਦੇ ਵਿੱਚ ਰੈਗੂਲਰਲੀ ਕੁਐਸਚਨ ਪੁੱਛਦੇ ਨੇ ਕਿ ਮੈਂ ਤਾਂ ਜੁੜ ਗਿਆ, ਮੇਰੇ ਪਰਿਵਾਰ ਵਾਲੇ ਆ ਜਿਹੜੇ ਉਹ ਬਾਣੀ ਵਾਲੇ ਪਾਸੇ ਨਹੀਂ ਜੁੜ ਰਹੇ, ਜਾਂ ਮੈਂ ਆਪਣੇ ਜਿਹੜੇ ਹੋਰ ਮੰਮੀ ਪਾਪਾ ਉਹਨਾਂ ਨੂੰ ਇਸ ਪਾਸੇ ਕਿਵੇਂ ਲਾਵਾਂ। ਸੋ ਉਹਦਾ ਲਾਸਟ ਅੱਜ ਦਾ ਸਵਾਲ ਇਹ ਰੱਖਾਂਗੇ, ਪਰ ਅਸੀਂ ਬੇਨਤੀ ਨਾਲ ਕਰਾਂਗੇ ਕਿ ਇੱਕ ਸੈਸ਼ਨ ਹਜੇ ਬਹੁਤ ਸਾਰੇ ਸਵਾਲ ਪਏ ਨੇ, ਸੋ ਜ਼ਰੂਰ 1-2 ਸੈਸ਼ਨ ਤੁਸੀਂ ਹੋਰ ਦੇਣਾ ਜੀ। ਵਾਹਿਗੁਰੂ, ਕੋਈ ਨਹੀਂ, ਜਦੋਂ ਹੁਕਮ ਕਰੋਗੇ ਬੇਟਾ। ਪਰ ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ ਵੀ, ਇਹ ਤੇ ਬਹੁਤ ਹੀ ਕਮਾਲ ਦਾ ਜੀ। ਹੁਣ ਬੱਚੇ ਕਹਿੰਦੇ ਨੇ ਕਿ ਮਾਪਿਓ ਨਹੀਂ ਜੁੜ ਰਹੇ ਸਾਡੇ, ਉਲਟਾ ਹਿਸਾਬ ਹੋ ਗਿਆ ਜੀ। ਸਹਿਜ ਪਾਠ ਦੀ ਲਹਿਰ ਐਸੀ ਚੱਲੀ ਸੀ ਕਿ ਬੱਚਿਆਂ ਨੂੰ ਦੇਖ ਕੇ ਮੰਮੀ ਨੇ ਪਾਪਾ ਨੇ ਪਾਠ ਕਰਨੇ ਸ਼ੁਰੂ ਕਰਤੇ ਸੀ। ਬੇਟਾ ਇਹਦੇ ਲਈ ਇੱਕ ਅਸੀਂ ਉਪਰਾਲਾ ਕੀਤਾ ਹੈ, ਮੈਂ ਤੁਹਾਨੂੰ ਵੀ ਭਾਵੇਂ ਭੇਜ ਦਾਂਗਾ। ਅਸੀਂ ਅੱਜ ਕੱਲ੍ਹ ਨਾ ਸ਼ਾਮ ਨੂੰ ਪਰਿਵਾਰਕ ਸੋਦਰ ਚੌਂਕੀ ਕਰ ਰਹੇ ਹਾਂ। ਕੀ ਕਰ ਰਹੇ ਹਾਂ ਜੀ? ਪਰਿਵਾਰਕ ਸੋਦਰ ਚੌਂਕੀ। ਸਾਰਾ ਪਰਿਵਾਰ ਇਕੱਠੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਰੋ, ਆਨਲਾਈਨ ਹੀ। ਕੁਝ ਸਮਾਂ ਪਹਿਲਾਂ ਅਸੀਂ ਸਿਰਫ 2 ਪਰਿਵਾਰ ਕਰਦੇ ਹੁੰਦੇ ਸੀਗੇ। ਪਹਿਲਾਂ ਅਸੀਂ 2 ਜਣੇ ਹੀ ਕਰਦੇ ਸੀ, ਫੋਨ ਤੇ ਕਰਦੇ ਹੁੰਦੇ ਸੀ। ਸ਼ਬਦ ਇੱਕ ਲਾਈਨ ਇੱਕ ਬੱਚੇ ਨੇ ਪੜ੍ਹਨੀ, ਦੂਸਰੀ ਮੈਂ ਪੜ੍ਹਨੀ। ਫਿਰ ਹੌਲੀ ਹੌਲੀ ਅਸੀਂ ਸੋਚਿਆ ਵੀ ਨਹੀਂ, ਇਕੱਲੇ ਕਿਉਂ ਕਰੀਏ, ਪਰਿਵਾਰ ਨੂੰ ਬਿਠਾਈਏ। ਉਹਨਾਂ ਨੇ ਵੀ ਆਪਣੇ ਸਾਰੇ ਪਰਿਵਾਰ ਨੂੰ ਬਿਠਾ ਲੈਣਾ, ਮੈਂ ਵੀ ਬਿਠਾ ਲੈਣਾ।
ਫਿਰ ਹੌਲੀ ਹੌਲੀ ਕੁਝ ਹੋਰ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਤੁਸੀਂ ਕਰਦੇ ਹੋ, ਕਹਿੰਦੇ ਸਾਨੂੰ ਵੀ ਸ਼ਾਮਲ ਕਰ ਲਓ ਜੀ। ਫਿਰ ਉਹ 4-5 ਪਰਿਵਾਰ ਹੋ ਗਏ, ਫਿਰ ਸਾਰਿਆਂ ਨੂੰ ਵਾਰੀ ਨਹੀਂ ਸੀ ਮਿਲਦੀ। ਤੇ ਅਸੀਂ ਉਹਦੇ 'ਚ ਪਤਾ ਕੀ ਕੀਤਾ ਬੇਟਾ, ਸਾਰਾ ਕੁਝ ਦੱਸਦੇ ਹਾਂ ਜੀ, ਕੈਚ ਕਰ ਲਓ ਜੇ ਥੱਕ ਤਾਂ ਨਹੀਂ ਗਏ। ਅਸੀਂ ਪਤਾ ਕੀ ਸ਼ੁਰੂ ਕੀਤਾ ਹੈ ਕਿ ਰਹਿਰਾਸ ਸਾਹਿਬ ਦਾ ਪਾਠ ਜਿਹੜਾ ਹੈ ਨਾ, ਅੰਬਰ ਦੇ ਥੱਲੇ ਕਰੋ। ਅੰਬਰ ਕੀ ਹੁੰਦਾ ਜੀ? ਦੇਖਦੇ ਹਾਂ, ਕਿਸੇ ਨੂੰ ਪਤਾ ਹੈ ਅੰਬਰ? ਐੜਾ ਬੱਬਾ ਰਾਰਾ ਉੱਤੇ ਟਿੱਪੀ। ਅੰਬਰ ਦਾ ਮਤਲਬ ਕੀ ਹੁੰਦਾ? ਵੈਰੀ ਗੁੱਡ, ਅਸਮਾਨ, ਆਕਾਸ਼, ਸਕਾਈ, ਵੈਰੀ ਗੁੱਡ। ਇਹ ਪਤਾ ਕਿੱਥੋਂ ਬਣਿਆ ਅੰਬਰ? ਵੀ ਅਸੀਂ ਪਹਿਲੀ ਗੱਲ ਕਹੀ ਐੜਾ, ਵੀ ਰਹਿਰਾਸ ਸਾਹਿਬ ਦਾ ਪਾਠ ਸਾਰਾ ਪਰਿਵਾਰ ਕਰੋ। ਐੜਾ ਮਤਲਬ ਆਨੰਦ ਲੈ ਕੇ ਕਰੋ। ਆਨੰਦ ਲੈ ਕੇ ਦਾ ਮਤਲਬ ਹੈ ਮੁਸਕਰਾਓ ਵੀ, ਤੇ ਜਿਸ ਫਰਮਾਨ ਤੇ ਮਨ ਟਿਕੇ ਨਾ ਉਹਨੂੰ ਬਾਰ-ਬਾਰ ਪੜੋ, ਦੁਬਾਰਾ ਪੜ੍ਹ ਲਓ। ਠੀਕ ਹੈ। ਬੱਬਾ, ਬੱਬਾ ਮਤਲਬ ਵਿਸਰਾਮ ਦਾ ਧਿਆਨ ਰੱਖੋ, ਉਚਾਰਨ ਦਾ ਧਿਆਨ ਰੱਖੋ। ਰਾਰਾ ਮਤਲਬ ਰਤਨ ਲੱਭੋ। ਹਰ ਰੋਜ਼ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਸੀਂ ਸਾਰੇ ਪਰਿਵਾਰ ਨੂੰ ਕਹਿੰਦੇ ਸੀ, ਅੱਜ ਤੁਹਾਨੂੰ ਕਿਹੜਾ ਰਤਨ ਲੱਭਿਆ, ਕਿਹੜੀ ਨਵੀਂ ਗੱਲ ਲੱਭੀ। ਤੇ ਐੜਾ ਬੱਬਾ ਰਾਰਾ ਬਣ ਗਿਆ ਅੰਬਰ, ਅੱਬਰ ਬਣ ਗਿਆ, ਅਸੀਂ ਟਿੱਪੀ ਲਾਤੀ ਅੰਬਰ। ਅੰਬਰ ਦਾ ਮਤਲਬ ਹੁੰਦਾ ਸਕਾਈ। ਅਸੀਂ ਸਾਰਿਆਂ ਨੂੰ ਕਿਹਾ ਵੀ ਰਹਿਰਾਸ ਸਾਹਿਬ ਦਾ ਪਾਠ ਨਾ ਘਰ ਦੇ ਅੰਦਰ ਬਹਿ ਕੇ ਨਹੀਂ ਕਰਨਾ, ਖੁੱਲੇ ਆਕਾਸ਼ ਦੇ ਥੱਲੇ, ਭਾਵੇਂ ਵਿਹੜੇ ਤੇ ਬੈਠੋ, ਭਾਵੇਂ ਛੱਤ ਤੇ ਜਾ ਕੇ ਬੈਠੋ। ਤੇ ਬੇਟਾ ਜੀ ਬੜਾ ਹੀ ਆਨੰਦ ਆਣਾ ਸ਼ੁਰੂ ਹੋ ਗਿਆ। ਜੇ ਤੁਹਾਡੇ ਚੋਂ ਕਿਸੇ ਨੇ ਲੈਣਾ ਤੇ ਮੈਂ ਲਿੰਕ ਭੇਜ ਦਾਂਗਾ ਜਸਪ੍ਰੀਤ ਬੇਟੀ ਨੂੰ। ਤੇ ਕੱਲ ਅਸੀਂ ਖਾਸ ਐਤਵਾਰ ਨੂੰ ਵਿਚਾਰ ਕਰਾਂਗੇ ਰਹਿਰਾਸ ਸਾਹਿਬ ਦੀ, ਔਰ ਅਸੀਂ ਇਹ ਕਹਿ ਰਹੇ ਹਾਂ ਸਾਰੇ ਪਰਿਵਾਰ ਬੈਠੋ। ਤੇ ਹੁਣ ਅਸੀਂ ਇੱਕ ਪ੍ਰੋਗਰਾਮ ਇਹ ਬਣਾ ਰਹੇ ਹਾਂ ਕਿ ਪਰਿਵਾਰ ਭਾਵੇਂ 2-2 ਪਰਿਵਾਰ, 3-3 ਪਰਿਵਾਰ ਰਹਿਰਾਸ ਸਾਹਿਬ ਦਾ ਪਾਠ ਕਰੋ, ਇੱਕ-ਇੱਕ ਸ਼ਬਦ ਸਾਰੇ ਜਣੇ ਪੜੋ। ਉਸ ਤੋਂ ਬਾਅਦ ਫਿਰ ਸਾਂਝੇ ਤੌਰ ਤੇ ਆਪਾਂ ਵਿਚਾਰ ਕਰਿਆ ਕਰੀਏ। ਤੇ ਇੱਕ ਸੋਦਰ ਸਪਤਾਹ, 1 ਫੁੱਲ ਵੀਕ ਸੋਦਰ ਦਾ, ਉਹ ਵੀ ਅਸੀਂ ਪਲਾਨ ਕਰ ਰਹੇ ਹਾਂ। ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਪਰ ਇਹ ਬੜੀ ਖੁਸ਼ੀ ਦੀ ਗੱਲ ਹੈ, ਬੱਚੇ ਸੋਚ ਰਹੇ ਨੇ ਪਰਿਵਾਰ ਕਿਵੇਂ ਜੁੜੇ। ਤੇ ਜੇ ਤੁਸੀਂ ਕਹੋਗੇ ਨਾ ਵੀ ਮੰਮਾ ਤੁਸੀਂ ਵੀ ਨਾਲ ਬਹਿਣਾ, ਵੀਰੇ ਦੀਦੀ ਤੁਸੀਂ ਵੀ ਨਾਲ ਬਹਿਣਾ, ਪਾਪਾ ਤੁਸੀਂ ਵੀ ਬਹਿਣਾ, ਤੇ ਸਾਰੇ ਜਣੇ ਇੱਕ-ਇੱਕ ਸ਼ਬਦ, ਪਰਿਵਾਰ ਦੇ 4 ਮੈਂਬਰ ਨੇ, ਚਾਰੇ ਮੈਂਬਰ ਇੱਕ-ਇੱਕ ਸ਼ਬਦ ਪੜਨਗੇ ਰਹਿਰਾਸ ਸਾਹਿਬ ਦਾ, ਭਾਵੇਂ ਦੇਖ ਕੇ ਹੀ ਪੜੋ ਗੁਟਕੇ ਤੋਂ। ਉਹਦੇ ਨਾਲ ਬਹੁਤ ਆਨੰਦ ਵੀ ਆਉਂਦਾ ਹੈ, ਨੇੜਤਾ ਵੀ ਬਣਦੀ ਹੈ, ਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਹਾਲੀ ਇੰਨਾ ਕੁ ਉਪਰਾਲਾ ਕਰ ਰਹੇ ਹਾਂ ਪਰਿਵਾਰਾਂ ਨੂੰ ਜੋੜਨ ਦਾ। ਪਰ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੂੰ ਨਾਮ ਨਾਲ ਜੁੜਦਿਆਂ ਦੇਖ ਕੇ ਮਾਤਾ ਪਿਤਾ ਵੀ ਜਿਹੜੇ ਹਨ ਉਹਨਾਂ ਦੇ ਜੀਵਨ 'ਚ ਵੀ ਬੜੀ ਚੇਂਜ ਆ ਰਹੀ ਹੈ। ਪਰ ਬੇਟਾ ਮੈਂ ਭੁੱਲ ਨਾ ਜਾਵਾਂ, ਭੁੱਲਦਾ ਤੇ ਨਹੀਂ ਇਸ ਗੱਲ ਨੂੰ, ਵੀ ਇਹ ਜਿਹੜਾ ਸੰਘਰਸ਼ ਚੱਲ ਰਿਹਾ ਨਾ ਕਿਸਾਨਾਂ ਦਾ ਦਿੱਲੀ ਵਿੱਚ ਬੇਟਾ, ਇਹਨਾਂ ਵਿੱਚ ਤੁਹਾਡੇ ਸਹਿਜ ਪਾਠ ਦੀ, ਤੁਹਾਡੇ ਜੁੜੇ ਹੋਏ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ। ਕਈ ਮੈਨੂੰ ਕਹਿੰਦੇ ਨੇ ਜੀ ਇਹ ਕੀ ਬਣੇਗਾ ਜੀ ਕਿਸਾਨ ਮੋਰਚੇ ਦਾ, ਕਿਸਾਨ ਜਿੱਤਣਗੇ ਕਿ ਨਹੀਂ ਜਿੱਤਣਗੇ। ਮੈਂ ਕਹਿੰਦਾ ਕਿਸਾਨ ਤਾਂ ਜਿੱਤ ਚੁੱਕੇ ਨੇ। ਉਹ ਜਿਹੜਾ ਰੈਫਰੀ ਹੈ ਨਾ, ਅੰਪਾਇਰ ਹੈ, ਉਹ ਹੱਥ ਨਹੀਂ ਖੜਾ ਕਰਦਾ ਪਿਆ। ਹੱਥ ਫੜ ਕੇ ਖੜਾ ਕਰਦੇ ਨਾ, ਜਿਹੜਾ ਜਿੱਤ ਜਾਏ ਉਹਦਾ ਹੱਥ ਉੱਚਾ ਕਰ ਦਿੰਦੇ ਨੇ, ਹੈਨਾ। ਉਹ ਅੰਪਾਇਰ ਬੇਈਮਾਨ ਹੈ। ਸਰਕਾਰ ਹਾਰ ਚੁੱਕੀ ਹੈ, ਸਾਡੇ ਕਿਸਾਨ ਜਿੱਤ ਚੁੱਕੇ, ਔਰ ਉਹ ਜਿੱਤੇ ਤਾਂ ਨੇ ਕਿ ਉਹਨਾਂ ਦੇ ਪਰਿਵਾਰਾਂ ਵਿੱਚ ਬਾਣੀ ਸੀ। ਇੰਨਾ ਸਿਰੜ, ਇੰਨੀ ਮੁਸ਼ਕਿਲਾਂ, ਤੇ ਹੁਣ ਗਰਮੀ, ਤੇ ਬਿਨਾਂ ਨਾਮ ਬਾਣੀ ਦੇ ਨਾਲ ਇਹ ਰਾਜਨੀਤਿਕ ਪਾਰਟੀਆਂ ਇਹੋ ਜਿਹਾ ਸੰਘਰਸ਼ ਨਹੀਂ ਕਰ ਸਕਦੀਆਂ। ਇਹ ਨਾਮ ਨਾਲ ਜੁੜਿਆਂ ਦਾ ਹੀ ਸੰਘਰਸ਼ ਹੈ। ਤੇ ਤੁਹਾਡੇ ਪਰਿਵਾਰਾਂ ਨੂੰ ਵਧਾਈਆਂ। ਸਤਿਗੁਰੂ ਜੀ ਬਹੁਤ ਮਿਹਰ ਕਰਨਗੇ। ਆਪਾਂ ਇਹ ਨਾਮ ਬਾਣੀ ਦਾ ਪ੍ਰਵਾਹ ਇਸ ਤਰ੍ਹਾਂ ਹੀ ਚਲਾਉਂਦੇ ਰਹੀਏ। ਸੋ ਇੰਨੇ ਅੱਖਰਾਂ ਨਾਲ ਮੈਂ ਉਹਨਾਂ ਦਾ ਜਾਚਕ ਹਾਂ। ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਧੰਨਵਾਦ। ਸੋ ਆਪਾਂ ਬੱਚਿਓ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਜੋ ਰੂਟੀਨ 'ਚ ਸਾਡੀਆਂ ਪ੍ਰੋਬਲਮਾਂ ਨੇ, ਵੈਸੇ ਭਾਈ ਸਾਹਿਬ ਨੇ ਲਾਸਟ ਦੇ ਵਿੱਚ ਆਨਸਰ ਦੇ ਦਿੱਤਾ ਜੀ, ਕਿ ਜਦੋਂ ਅਸੀਂ ਬਹੁਤੇ ਘਰਾਂ ਦੇ ਵਿੱਚ ਲੜਾਈ ਦਾ ਕਾਰਨ ਇਹ ਹੈ ਕਿ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਇੱਕ ਜਾਣੇ ਤੇ ਬੋਝ ਪੈ ਜਾਂਦਾ ਹੈ, ਤਾਂ ਫਿਰ ਉਹ ਦੁਖੀ ਹੋ ਕੇ ਦੂਸਰੇ ਜਿਹੜੇ ਨਾਲ ਉਹਦੇ ਨਾਲ ਅਟੈਚਮੈਂਟ ਨੇ ਉਹ ਡਿਸਟਰਬ ਹੁੰਦੇ ਆ ਰਿਸ਼ਤੇ। ਸੋ ਕੋਸ਼ਿਸ਼ ਕਰੀਏ ਅਸੀਂ ਇੱਥੇ ਗੁਰਬਾਣੀ ਨਾਲ ਜੁੜਨਾ, ਆਪਣੀ ਕਿਰਤ ਵੱਲ ਜਿਹੜੇ ਸਾਡੇ ਫਰਜ਼ ਨੇ, ਜ਼ਿੰਮੇਵਾਰੀਆਂ, ਆਪਣੇ ਆਪ ਨੂੰ ਜਿੰਨਾ ਅਸੀਂ ਬਿਜੀ ਰੱਖਾਂਗੇ, ਆਪਣੇ ਕੰਮ ਦੇ ਵਿੱਚ, ਪੜ੍ਹਾਈ ਦੇ ਵਿੱਚ ਕੁਝ ਨਵਾਂ ਸਿੱਖਾਂਗੇ, ਨਵਾਂ ਸਿੱਖਦੇ ਰਹੀਏ, ਨਵੇਂ ਐਕਸਪੀਰੀਅੰਸ ਲਾਈਫ ਦੇ ਕਰਦੇ ਰਹੀਏ,
ਤੇ ਜਿਸ ਤਰ੍ਹਾਂ ਆਪਾਂ ਸਲੋਕਾਂ ਵਿੱਚ ਵੀ ਵਿਚਾਰ ਕੀਤੀ ਸੀ, ਭਗਤ ਨਾਮਦੇਵ ਜੀ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਖਾਮ ਸਭ। ਜਿਹੜੇ ਬੱਚੇ ਦੇ ਸਵਾਲ ਵੀ ਸਾਡਾ ਚਿੱਤ ਨਹੀਂ ਲੱਗਦਾ ਜੀ ਗੁਰਬਾਣੀ ਵਿੱਚ, ਪੂਰਾ ਬੇਟੇ ਤੁਸੀਂ ਪ੍ਰੈਕਟੀਕਲ ਇੱਕ ਦਿਨ ਕਰਕੇ ਦੇਖਿਓ। ਤੁਸੀਂ ਪੂਰਾ ਘਰ ਦਾ ਕੰਮ ਕਰਕੇ ਨਾ ਸ਼ਾਮ ਨੂੰ ਫਿਰ ਚੌਂਕੜਾ ਮਾਰ ਕੇ ਰਹਿਰਾਸ ਸਾਹਿਬ ਕਰਿਓ, ਇੰਨਾ ਰਿਲੈਕਸ ਹੋਏਗਾ ਨਾ ਤੁਹਾਡਾ ਮਾਈਂਡ। ਤੇ ਜਿਸ ਦਿਨ ਤੁਸੀਂ ਬਿਲਕੁਲ ਸਾਰਾ ਦਿਨ ਵਿਹਲੇ ਆਲਸੀ ਟੀਵੀ ਤੇ ਮੋਬਾਈਲ ਦੇਖਿਆ ਹੋਣਾ, ਉਸ ਦਿਨ ਰਹਿਰਾਸ ਸਾਹਿਬ ਕਰਿਓ, ਤੁਹਾਡਾ ਮਨ ਭਟਕੇਗਾ, ਰਿਲੈਕਸ ਮਾਈਂਡ ਨਹੀਂ ਹੋਏਗਾ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਸਾਰੇ ਆਪਣੀ ਜ਼ਿੰਮੇਵਾਰੀਆਂ ਫਰਜ਼ ਨਿਭਾਈਏ। ਸੋ ਸਮਾਂ ਮਿਲਣ ਤੇ ਦੁਬਾਰਾ ਫਿਰ ਵੀਰ ਜੀ ਨੂੰ ਬੇਨਤੀ ਕਰਾਂਗੇ ਕਿ ਆਪ ਜੀ ਆਪਣੇ ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕਰਿਓ। ਵੀਰ ਜੀ ਇੱਕ ਬੇਨਤੀ ਹੈ ਇੱਕ ਬੇਨਤੀ ਹੈ ਸਰਬਜੀਤ ਵੀਰ ਜੀ ਨੂੰ ਕਿ ਰਹਿਰਾਸ ਸਾਹਿਬ ਦਾ ਲਿੰਕ ਬੱਚੇ ਕੁਝ ਚੈਟ ਦੇ ਵਿੱਚ ਲਿਖ ਰਹੇ ਨੇ, ਪਲੀਜ਼ ਆਪ ਜੀ ਭੇਜ ਦੇਣਾ, ਅਸੀਂ ਬੱਚਿਆਂ ਨੂੰ ਕੈਂਪ ਗਰੁੱਪ ਦੇ ਵਿੱਚ ਸੈਂਡ ਕਰ ਦੇਵਾਂਗੇ ਜੀ। ਠੀਕ ਹੈ ਜੀ, ਮੈਂ ਹੁਣੇ ਤੁਹਾਨੂੰ ਭੇਜ ਦਿੰਦਾ ਜੀ, ਹੁਣੇ ਜੀ ਭੇਜ। ਠੀਕ ਹੈ। ਸੋ ਅੱਜ ਦੇ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ। ਜਿਹੜੇ ਬੱਚੇ ਕੈਂਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਆ, ਇੱਕ ਨੰਬਰ ਨੋਟ ਕਰ ਲੈਣ, ਉਹਦੇ ਤੇ ਮੈਸੇਜ ਕਰ ਦੇਣ ਜੀ। ਨੰਬਰ ਆਪ ਜੀ ਨੂੰ ਬੋਲ ਰਹੇ ਆ, ਕੁਝ ਬੱਚੇ ਲਿਖ ਰਹੇ ਨੇ ਕਿ ਸਾਡਾ ਨੰਬਰ ਐਡ ਕਰ ਲਿਆ ਜਾਵੇ। ਸੋ ਉਹਨਾਂ ਨੂੰ ਇੱਕ ਨੰਬਰ ਬੋਲ ਰਹੀ ਹਾਂ, ਉਹਦੇ ਤੇ ਇੱਕ WhatsApp ਕਰ ਦੇਣ ਜੀ, ਤੇ ਉਹਨਾਂ ਦਾ ਲਿਖ ਦੇਣ ਪਲੀਜ਼ ਐਡ ਮੀ, ਤਾਂ ਤੁਹਾਨੂੰ ਨਾਲ ਦੀ ਨਾਲ ਗਰੁੱਪ ਵਿੱਚ ਹੁਣੇ ਐਡ ਕਰ ਲਵਾਂਗੇ। ਹਾਂਜੀ, ਨੰਬਰ ਨੋਟ ਕਰ ਲਓ ਜੀ ਜਿਨ੍ਹਾਂ ਨੇ ਐਡ ਹੋਣਾ, ਤਾਂ ਕਿ ਉਹਨਾਂ ਨੂੰ ਜਿਹੜਾ ਸ਼ਾਮ ਦਾ ਰਹਿਰਾਸ ਸਾਹਿਬ ਵਾਲਾ ਲਿੰਕ ਉਹ ਵੀ ਮਿਲ ਸਕੇ ਤੇ ਹੋਰ ਅਪਡੇਟਸ ਵੀ ਡੇਲੀ ਮਿਲ ਜਾਣ। ਨੰਬਰ ਹੈ ਜੀ 7888 491 761। ਮੈਂ ਪੰਜਾਬੀ ਚ ਵੀ ਬੋਲ ਰਹੀ ਹਾਂ, 78 88 49 17 61। ਤੇ ਜਤਿੰਦਰ ਵੀਰ ਜੀ ਨੂੰ ਬੇਨਤੀ, ਅਗਰ ਕਿਸੇ ਸਟੂਡੈਂਟ ਦਾ ਆਂਦਾ ਤਾਂ ਪਲੀਜ਼ ਨਾਲ ਦੀ ਨਾਲ ਹੀ ਉਹਨਾਂ ਨੂੰ ਐਡ ਕਰ ਦੇਣਾ, ਤਾਂ ਕਿ ਜਿਹੜਾ ਸ਼ਾਮ ਦਾ ਲਿੰਕ ਹੈ, ਜੋ ਅੱਜ ਸ਼ਾਮ ਦੀ ਰਹਿਰਾਸ ਸਾਹਿਬ ਦਾ ਲਿੰਕ ਹੈ, ਉਹ ਭੇਜਿਆ ਜਾ ਸਕੇ। ਮੈਂ ਹੁਣੇ ਚੈਟ ਦੇ ਵਿੱਚ ਵੀ ਉਹ ਵਾਲਾ ਲਿੰਕ ਸੈਂਡ ਕਰ ਰਹੀ ਹਾਂ ਜੀ, ਤੇ ਇਸ ਨੂੰ ਗਰੁੱਪ ਦੇ ਵਿੱਚ ਵੀ ਸੈਂਡ ਕਰ ਦਿੱਤਾ ਜਾਏਗਾ। ਸੋ ਪਲੀਜ਼ ਸਾਰੇ ਨੋਟ ਕਰਨਾ ਜੀ, ਤੇ ਅਸੀਂ ਟਾਈਮਲੀ ਜੁਆਇਨ ਕਰੀਏ। ਬਹੁਤ ਧੰਨਵਾਦ ਜੀ। ਸਾਰੇ ਨੰਬਰ ਨੋਟ ਕਰ ਲਓ ਜੀ, ਇਸ ਨੰਬਰ ਦੇ ਉੱਪਰ ਮੈਸੇਜ ਕਰ ਦੇਣਾ ਜੀ। ਸ਼ਾਮ ਦਾ ਲਿੰਕ ਵੀ ਆਪ ਜੀ ਨੂੰ ਚੈਟ ਦੇ ਵਿੱਚ ਪਾ ਦਿੱਤਾ ਗਿਆ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।